ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ, ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ, ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਜਬ ਵਜ਼ੀਰ ਖਾਂ ਚੜ੍ਹ ਗਇਓ, ਬਹੁਤ ਬਰਖ ਕੋ ਪੀਰ। ਆਇਓ ਪੁਰ ਕੇ ਨਿਕਟ, ਸੁਣ ਗਇਓ ਸ਼ਾਹੋ ਤਿਸ ਤੀਰ। ਜਬ ਵਜ਼ੀਰ ਖਾਂ ਚੜ੍ਹ ਗਇਓ, ਬਹੁਤ ਬਰਖ ਕੋ ਪੀਰ। ਆਇਓ ਪੁਰ ਕੇ ਨਿਕਟ, ਸੁਣ ਗਇਓ ਸ਼ਾਹੋ ਤਿਸ ਤੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਦੇ ਖਜ਼ਾਨੇ ਦਇਆ ਨਿਧ, ਹਾਜ਼ਰਾ ਹਜੂਰ ਜਾਹਰਾ ਜਹੂਰ। ਗੁਰੂ ਗਰੀਬ ਨਵਾਜ, ਦਇਆ ਮਿਹਰਾਮਤਾਂ ਦੇ ਸਾਗਰ ਜਗ ਦਾਤੇ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ,
ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਨਿਤਾ ਪ੍ਰਤ ਦੁਰਲੱਭ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣ ਕਰਕੇ ਆਪਣੇ ਸਵਾਸਾਂ ਨੂੰ ਮਨੁੱਖਾ ਜਾਮੇ ਨੂੰ ਸਫਲ ਬਣਾਉਂਦੇ ਹਾਂ। ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਸ਼ਰਵਣ ਕਰਨ ਦੇ ਸੁਭਾਗ ਸਾਨੂੰ ਪ੍ਰਾਪਤ ਹੋ ਰਹੇ ਹਨ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ। ਐਸੀਆਂ ਦਾਤਾਂ ਮਹਾਰਾਜ ਦੇ ਦਰੋਂ ਘਰੋਂ ਪ੍ਰਾਪਤ ਹੋ ਰਹੀਆਂ ਹਨ। ਜਥਾ ਪ੍ਰਸੰਗ ਕੱਲ ਦੀ ਬਾਣ ਵਿੱਚ ਆਪਾਂ ਸ਼ਰਵਣ ਕੀਤਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਧਰ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਸਾਜ ਰਹੇ ਹੈ ਤੇ ਬਾਦਸ਼ਾਹ ਨੂੰ ਡਰਾ ਕਰਕੇ ਸਿੱਖਾਂ ਨੇ ਐਸਾ ਉਦਮ ਕੀਤਾ, ਭਾਈ ਜੇਠਾ ਪੁਰਾਣਾ ਵਰਗਿਆਂ ਵੈਦ ਬਣ ਕੇ ਬਾਅਦ ਵਿੱਚ ਤੇ ਬਾਦਸ਼ਾਹ ਨੂੰ ਮਹਾਰਾਜ ਸਤਿਗੁਰਾਂ ਨੂੰ ਕਿਲ੍ਹੇ ਵਿੱਚੋਂ ਰਿਹਾ ਕਰ ਦਿੱਤਾ ਜਾਵੇ, ਇਹ ਹੁਕਮ ਜਾਰੀ ਕਰਨੇ ਪਏ ਸਨ। ਇੱਧਰ ਬਾਦਸ਼ਾਹ ਨੇ ਕੋਈ ਮਨੁੱਖ ਭੇਜ ਦਿੱਤਾ ਸਤਿਗੁਰਾਂ ਦੇ ਪਾਸ ਕਿ ਜਾਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅਦਬ ਸਤਿਕਾਰ ਸਹਿਤ ਇੱਥੇ ਲੈ ਕੇ ਆਂਦਾ ਜਾਵੇ। ਇਹ ਤੋਂ ਪਹਿਲਾਂ ਸਾਧ ਸੰਗਤ ਜੀ ਆਗਰੇ ਵਿੱਚ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਡੇਰਾ ਹੈ ਸੀ, ਜਿੱਥੇ ਹੁਣ ਪਾਵਨ ਪਵਿੱਤਰ ਸਥਾਨ ਹੈ ਲਾਲ ਬਾਗ ਵਾਲੇ ਸਥਾਨ 'ਤੇ, ਇੱਥੇ ਮਹਾਰਾਜ ਡੇਰਾ ਸਾਰਾ ਜਿਵੇਂ ਫੌਜਾਂ ਘੋੜੇ ਛੱਡ ਗਏ ਸਨ, ਆਪ 5 ਸਿੱਖ ਲੈ ਕੇ ਗਏ ਸੀ। ਇੱਥੋਂ ਦੇ ਸੈਨਾਪਤੀ ਨੇ ਮਹਾਰਾਜ ਦੇ ਪਾਸ ਇੱਕ ਸਿੱਖ ਭੇਜਿਆ ਹੈ। ਉਹਨੇ ਆਣ ਕੇ ਮਹਾਰਾਜ ਨੂੰ ਇੱਥੇ ਗਵਾਲੀਅਰ ਹੱਥ ਜੋੜ ਬੇਨਤੀ ਕੀਤੀ, ਪਾਤਸ਼ਾਹ ਬਾਦਸ਼ਾਹ ਆਪਣਾ ਡੇਰਾ ਪੱਟ ਕੇ ਇੱਥੋਂ ਮਹਿਲ 'ਚੋਂ ਜਾ ਚੁੱਕਾ ਹੈ, ਜਿਸ ਕਰਕੇ ਪਹਿਲਾਂ ਤਾਂ ਰਸਤ ਬਸਤ ਜਿਹੜੀ ਹੈ ਉਹ ਬਾਦਸ਼ਾਹ ਹਾਜ਼ਰ ਕਰਦਾ ਕਰਵਾਉਂਦਾ ਸੀ। ਇਹ ਆਗਰੇ ਦੀ ਧਰਤੀ ਬਹੁਤੀ ਜਰਖੇਸ ਨਾ ਹੋਣ ਕਰਕੇ, ਖੁਸ਼ਕ ਹੋਣ ਕਰਕੇ ਘਾਹ ਪੱਠਾ ਬਹੁਤ ਥੋੜ੍ਹਾ ਰਹਿ ਗਿਆ ਹੈ, ਕਿਉਂਕਿ ਘੋੜੇ ਕਾਫੀ ਸਨ, ਚਰ ਚੁਰ ਗਏ ਸਾਰਾ। ਦੂਰ ਦੂਰ ਤੱਕ ਘਾਹ ਜਿਹੜਾ ਹੁਣ ਹੱਥ ਨਹੀਂ ਆਉਂਦਾ। ਤੁਹਾਡੇ ਘੋੜੇ ਹਾਥੀ ਉਹ ਬਹੁਤ ਜਿਹੜੇ ਸਿਥਲ ਹੋ ਰਹੇ ਆ, ਕਮਜ਼ੋਰੇ ਪੈ ਰਹੇ ਆ। ਜੇ ਕੋਈ ਪੱਠਾ ਦਾਣਾ ਬਾਦਸ਼ਾਹ ਜਾਂ ਹਕੂਮਤ ਵੱਲੋਂ ਦਿੱਤਾ ਜਾਂਦਾ ਹੈ, ਉਹ ਵੀ ਮਹਾਰਾਜ ਕੋਈ ਐਡਾ ਚੰਗਾ ਨਹੀਂ ਹੁੰਦਾ। ਸੁੱਕੇ ਪੱਠੇ ਦਿੱਤੇ ਜਾਂਦੇ ਆ, ਲੱਗਿਆ ਜਾਂ ਕੀੜੇ ਆਦਿਕ ਪਏ ਹੋਏ ਮੁਸ਼ਕਿਆ ਦਾਣਾ ਦਿੱਤਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਹੁਕਮ ਕੀਤਾ ਕਿ ਇਹ ਸਮਤਵਾਨ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਜਾਓ, ਜਾ ਕੇ ਉਹ ਸਾਰਾ ਪੜਾਅ ਜਿਹੜਾ ਸਾਡਾ ਸਾਂਭੋ ਅਤੇ ਇੱਥੋਂ ਦਿੱਲੀ ਵੱਲ ਨੂੰ ਚਾਲਾ ਪਾ ਦਿਓ। ਉੱਥੇ ਲਾਗੇ ਹੀ ਦਿੱਲੀ ਦੇ 5 ਕੋਹ 'ਤੇ ਜਿਹੜਾ ਇੱਕ ਇਲਾਕਾ ਹੈ, ਉੱਥੇ ਪਹੁੰਚ ਕਰਕੇ ਅਤੇ ਸਾਰੀ ਫੌਜ ਨੂੰ ਘੋੜਿਆਂ ਨੂੰ ਸਾਰਾ ਉੱਥੇ ਲੈ ਜਾਓ। ਉੱਥੇ ਜਾ ਕਰਕੇ ਤੁਹਾਨੂੰ ਚੰਗਾ ਜਿਹੜਾ ਹੈ ਉਹ ਪੱਠਾ ਵੀ ਮਿਲ ਜਾਵੇਗਾ, ਔਰ ਸਾਰਾ ਜਿਹੜਾ ਵੈ ਦਾਣਾ ਆਦਿਕ ਉਹ ਅੰਮ੍ਰਿਤਸਰ ਸਾਹਿਬ ਤੋਂ ਮਾਇਆ ਮੰਗਵਾ ਕਰਕੇ ਅਤੇ ਆਪ ਖਰੀਦ ਕੇ ਸਭ ਕੁਝ ਹੈ ਸਤਿਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ, ਅਤੇ ਆਪ ਜੀ ਸਾਰਾ ਪੈਰਾ ਸਾਂਭੋ। ਬਾਬਾ ਜੀ ਆਗਰੇ ਆਏ, ਘੋੜਿਆਂ ਦੀ ਹਾਲਤ ਵੇਖ ਕੇ ਬੜੇ ਦੁਖੀ ਹੋਏ। ਇੱਥੋਂ ਸਾਰਾ ਡੇਰਾ ਪੱਟਿਆ ਅਤੇ ਦਿੱਲੀ ਤੋਂ 5 ਕੋਹ ਦੀ ਦੂਰੀ 'ਤੇ ਜਿੱਥੇ ਹੁਣ ਮੁਕਤੀ ਬਾਗ ਵਾਲਾ ਪਾਵਨ ਸਥਾਨ ਹੈ, ਇੱਥੇ ਜਾ ਪੜਾ ਲਾਏ ਸਨ। ਇਹ ਸਾਧ ਸੰਗੀ ਬਾਂਗਰ ਦਾ ਇਲਾਕਾ ਵੱਜਦਾ ਹੈ। ਸੋਹਣਾ ਪੱਠਾ ਕਾਦਕ ਹੈ ਇੱਥੇ, ਉਹਨਾਂ ਸਮਿਆਂ 'ਚ ਹੁਣ ਤਾਂ ਵਸੋਂ ਹੋ ਗਈ ਹੈ। ਇੱਥੇ ਫਿਰ ਬੜੇ ਰੌਣਕ ਮੇਲੇ ਜੰਗਲ ਵਿੱਚ ਮੰਗਲ ਬਾਬਾ ਬੁੱਢਾ ਸਾਹਿਬ ਜੀਆਂ ਲਾਏ, ਦੀਵਾਨ ਸਜਣੇ ਸ਼ੁਰੂ ਹੋ ਗਏ ਸਨ, ਘੋੜੇ ਵੀ ਰਾਜੀ ਹੋ ਗਏ, ਸਭ ਸੁੱਖ ਸਹੂਲਤਾਂ ਸਨਗੀਆਂ। ਇੱਧਰ ਬਾਦਸ਼ਾਹ ਜਹਾਂਗੀਰ ਦਾ ਭੇਜਿਆ ਹੋਇਆ ਮਨੁੱਖ ਜਿਹੜਾ ਜਦੋਂ ਇੱਥੇ ਪਹੁੰਚਿਆ ਆਗਰੇ, ਮਹਾਰਾਜ ਨੂੰ ਬੇਨਤੀ ਕੀਤੀ, ਬਾਦਸ਼ਾਹ ਨੇ ਤੁਹਾਨੂੰ ਬੁਲਾਇਆ, ਪਾਤਸ਼ਾਹ ਜੀ ਪਹੁੰਚੋ। ਅਤੇ ਰਾਜੇ ਬੇਨਤੀਆਂ ਕਰਨ ਲੱਗੇ,
ਵੀ ਮਹਾਰਾਜ ਹੁਣ ਤੁਹਾਡੇ ਬਿਨਾਂ ਸਾਡਾ ਕੋਈ ਨਹੀਂ, ਸਾਨੂੰ ਸਵਰਗ ਦਾ ਝੂਟਾ ਦੇ ਕੇ ਕਾਹਨੂੰ ਹੁਣ ਨਰਕ 'ਚ ਛੱਡ ਕੇ ਜਾਓਗੇ, ਨਾ ਸਾਡੀ ਬਾਤ ਨਹੀਂ ਪੁੱਛਣੀ। ਫਿਰ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੀ ਬੇਨਤੀ ਪ੍ਰਵਾਨ ਕੀਤੀ, ਔਰ ਆਏ ਹੋਏ ਜਿਹੜਾ ਸੁਨੇਹਾ ਲੈ ਕੇ ਮਨੁੱਖ ਸੀਗਾ ਉਹ ਤੇ ਹੱਥ ਸੁਨੇਹਾ ਭੇਜਿਆ ਕਿ ਬਾਦਸ਼ਾਹ ਨੂੰ ਆਖੋ ਵੀ ਇਹਨਾਂ ਰਾਜਿਆਂ ਨੂੰ ਵੀ ਸਾਡੇ ਨਾਲ ਰਿਹਾ ਕਰੇ, ਨਹੀਂ ਤਾਂ ਅਸੀਂ ਇੱਥੇ ਬੈਠੇ ਹੋਏ ਹਾਂ, ਆਨੰਦ ਹੈ, ਸਾਨੂੰ ਵੇਖ ਕੇ ਸੁੱਖ ਪ੍ਰਾਪਤ ਕਰਦੇ, ਸਾਡੇ ਹੁਣ ਸਿੱਖ ਹਨ ਤੇ ਇਹਨਾਂ ਨੂੰ ਰਿਹਾ ਕਰਾ ਕੇ ਲਿਜਾਵਾਂਗੇ। ਉਹ ਜਾ ਬਾਦਸ਼ਾਹ ਕੋਲ ਪਹੁੰਚਿਆ, ਸਾਰੀ ਗੱਲਬਾਤ ਦੱਸੀ। ਇੱਧਰ ਫਿਰ ਬਾਦਸ਼ਾਹ ਜਹਾਂਗੀਰ ਨੇ ਆਖਿਆ ਵੀ ਮਹਾਰਾਜ ਸ਼ਾਇਦ ਮੇਰਾ ਝੂਠ ਬੋਲਣੇ ਕਰਕੇ, ਮੇਰੇ ਧੋਖੇ ਕਰਕੇ ਮੈਥੋਂ ਮੁੱਖ ਮੋੜ ਗਏ ਹੈ, ਕਿਉਂ ਨਾ ਮੈਂ ਵਜ਼ੀਰ ਖਾਂ ਨੂੰ ਭੇਜਾਂ। ਉਹ ਬੜਾ ਮਹਾਰਾਜ ਦਾ ਸ਼ਰਧਾਲੂ ਤੇ ਮਹਾਰਾਜ ਉਹਦੀ ਗੱਲ ਵੀ ਮੰਨਦੇ ਹੈ, ਸੁਭਾਅ ਤੋਂ ਜਾਣੂ ਹੈ, ਸਮੇਂ ਦਾ ਮਹਾਰਾਜ ਦਾ ਸਿੱਖ ਸੱਦਿਆ ਹੈ। ਇਹਨੇ ਵਜ਼ੀਰ ਖਾਂ ਨੂੰ ਸੱਦਿਆ ਜਹਾਂਗੀਰ ਨੇ, ਤੇ ਉੱਥੇ ਫਿਰ ਵਜ਼ੀਰ ਖਾਂ ਨੇ ਮਹਾਰਾਜ ਦੀ ਬੜੀ ਮਹਿਮਾ ਸੁਣਾਈ। ਬਾਦਸ਼ਾਹ ਨੂੰ ਦੱਸਿਆ ਵੀ ਤੁਹਾਡੇ ਪੜਦਾਦੇ ਬਾਬਰ ਨੂੰ ਰਾਜ ਦੇਣ ਵਾਲੇ ਇਹ ਘਰ ਹੈ ਗੁਰੂ ਨਾਨਕ ਪਾਤਸ਼ਾਹ ਦਾ, ਜਿਨ੍ਹਾਂ ਦੇ ਨਾਲ ਹੁਣ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ, ਉਹਨਾਂ ਨੂੰ ਕਿਲ੍ਹੇ ਵਿੱਚ 40 ਦਿਨ ਵਾਸਤੇ ਭੇਜ ਕੇ ਹੁਣ ਯਾਦ ਨਹੀਂ ਕਰਦੇ। ਵੈਸੇ ਵੀ ਵਜ਼ੀਰ ਖਾਂ ਥੋੜ੍ਹਾ ਨਿਡਰ ਸੁਭਾਅ ਦਾ ਹੈ। ਆਖਿਆ ਬਾਦਸ਼ਾਹ ਜੇ ਸਾਰੇ ਦੋਸ਼ ਵਿਚਾਰੀਏ ਤੇ ਆਪਣਾ ਹੀ ਦੋਸ਼ ਬਣਦਾ ਹੈ, ਆਪਾਂ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਤੇ ਆਖਿਆ ਬਾਦਸ਼ਾਹ ਨੇ ਮੈਨੂੰ ਗਿਆਨ ਹੋ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੀ ਸਾਰਾ ਰਾਜ ਭਾਗ ਦਿੱਤਾ ਹੋਇਆ ਸਾਡੇ ਪਰਿਵਾਰ ਨੂੰ, ਤੂੰ ਧੰਨ ਹੈ, ਮੈਨੂੰ ਸਾਰੀ ਗੱਲਬਾਤ ਯਾਦ ਕਰਵਾਈ ਹੈ। ਜਾ ਵਜ਼ੀਰ ਖਾਂ ਨਾਲੇ 5000 ਰੁਪਈਆ ਸਤਿਕਾਰ ਵਜੋਂ ਦਿੱਤਾ, ਤੇ ਜਾਓ ਗੁਰੂ ਹਰਗੋਬਿੰਦ ਸਾਹਿਬ ਨੂੰ ਪਾਲਕੀ 'ਤੇ ਚੜ੍ਹਾ ਕੇ ਤੂੰ ਸਤਿਕਾਰ ਨਾਲ ਬੇਨਤੀ ਕਰਕੇ ਇੱਥੇ ਸਾਡੇ ਪਾਸ ਦਿੱਲੀ ਲਿਆ ਕੇ ਮੇਲ ਕਰਵਾ। ਇਸ ਤਰ੍ਹਾਂ ਸਾਧ ਸੰਗਤ ਜੀ ਵਜ਼ੀਰ ਖਾਂ ਬਹੁਤ ਪ੍ਰਸੰਨ ਹੋਇਆ, ਤੇ ਬਾਦਸ਼ਾਹ ਨੂੰ ਵੀ ਸੁੱਖ ਦਾ ਸਾਹ ਮਿਲਿਆ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ, ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਮੇਰੇ ਦੁੱਖ ਕੱਟੇ ਜਾਣਗੇ। ਤੋ ਇਸ ਤੋਂ ਅੱਗੇ ਸਾਧ ਸੰਗਤ ਜੀ ਹੁਣ ਅੱਜ ਪ੍ਰਸੰਗ ਜੋ ਆਰੰਭ ਹੋਣਾ ਹੈ, ਸਾਈਂ ਮੀਆਂ ਮੀਰ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੋਭਾ ਇਹਨਾਂ ਵੀ ਗਾਈ ਜਦੋਂ ਜਹਾਂਗੀਰ ਦੇ ਪਾਸ ਆਏ। ਤੋ ਸਾਰਾ ਪ੍ਰਸੰਗ ਕਿਵੇਂ ਸਾਈਂ ਮੀਆਂ ਮੀਰ ਨੇ ਫਿਰ ਬਾਦਸ਼ਾਹ ਜਹਾਂਗੀਰ ਨੂੰ ਸਾਰਾ ਚਾਨਣ ਕਰਵਾਇਆ। ਬਾਦਸ਼ਾਹ ਬਹੁਤ ਪਛਤਾਇਆ, ਉਹ ਸਾਰਾ ਪ੍ਰਸੰਗ ਆ ਰਿਹਾ ਜੀ। ਚਿੱਤ ਬਿਰਤੀ ਇਕਾਗਰ ਕਰੋ ਜੀ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਉਂਦਿਆਂ ਹੋਇਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਬ ਵਜ਼ੀਰ ਖਾਂ ਚੜ੍ਹ ਗਇਓ। ਤੋਂ ਅੱਗੇ ਕਵੀ ਜੀ ਪ੍ਰਸੰਗ ਤੋਰਦੇ ਹੈ। ਇੱਧਰ ਵਜ਼ੀਰ ਖਾਂ ਸਾਰੀ ਗੱਲ ਬਾਦਸ਼ਾਹ ਨੂੰ ਸਮਝਾ ਦਿੱਤੀ। ਬਾਦਸ਼ਾਹ ਨੇ ਹੁਕਮ ਦਿੱਤਾ ਵੀ ਤੂੰ ਜਾ, ਤੇਰੇ ਆਖੇ ਮਹਾਰਾਜ ਜ਼ਰੂਰ ਆਉਣਗੇ, ਤੂੰ ਉਹਨਾਂ ਦੇ ਦਰ ਘਰ ਦਾ ਸਿੱਖ ਸੇਵਕ ਹੈ, ਤੇਰੀ ਬਾਤ ਮੰਨਦੇ ਹੈ। ਤੇ ਬਾਦਸ਼ਾਹ ਦੀ ਆਗਿਆ ਲੈ ਕੇ ਸਲਾਮ ਕਰਕੇ ਬਾਦਸ਼ਾਹ ਤੋਂ ਆਗਿਆ ਲੈ ਕੇ ਵਜ਼ੀਰ ਖਾਂ ਗਵਾਲੀਅਰ ਨੂੰ ਚੜ੍ਹ ਗਿਆ ਹੈ। ਬਹੁਤ ਬਰਖ ਕੋ ਪੀਰ। ਤੇ ਇਹਨੇ ਨੂੰ ਸਾਈਂ ਮੀਆਂ ਮੀਰ ਨਾਮ ਦਾ ਬੜਾ ਕਰਾਮਾਤੀ, ਜਿਹਦਾ ਬੜਾ ਰੁਤਬਾ ਸੀ ਇਸਲਾਮ ਵਿੱਚ ਉਹਨਾਂ ਸਮਿਆਂ ਵਿੱਚ। ਇਹ ਮਹਾਨ ਬੜੀ ਡਾਢੀ ਉਮਰ ਦਾ ਪੀਰ ਬਾਦਸ਼ਾਹ ਦੇ ਪਾਸ ਆਇਆ। ਤੋ ਸਾਧ ਸੰਗਤ ਜੀ ਉਹ ਲਿਖਤਾਂ ਦੇ ਅਨੁਸਾਰ ਇਹ ਸਾਈਂ ਮੀਆਂ ਮੀਰ ਜੀ ਦੀ ਉਮਰ ਉਸ ਸਮੇਂ 200 ਸਾਲ ਦੀ ਸੀਗੀ, ਤੇ ਬਹੁਤ ਬਿਰਧ ਅਵਸਥਾ ਦਾ ਤੇ ਬਹੁਤ ਹੀ ਕਾਮਲ ਫਕੀਰ ਸੀਗਾ। ਇਹਦੇ ਬਰਾਬਰ ਦਾ ਕੋਈ ਫਕੀਰ ਇਸਲਾਮ ਵਿੱਚ ਨਹੀਂ ਹੋਇਆ। ਤੋ ਸਾਈਂ ਮੀਆਂ ਮੀਰ ਬਹੁਤ ਹੀ ਉਮਰ ਦਾ ਪੀਰ ਬਾਦਸ਼ਾਹ ਦੇ ਪਾਸ ਪਹੁੰਚਿਆ ਹੈ। ਆਇਓ ਪੁਰ ਕੇ ਨਿਕਟ। ਇਹ ਇੱਧਰ ਕਿਤੇ ਦੌਰਾ ਕਰਦਾ ਜਾਂ ਇਹ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਭਾਵੇਂ ਨਹੀਂ ਆਇਆ ਸੀ ਅਜੇ, ਪਰ ਇਸ ਇਲਾਕੇ ਵਿੱਚ ਦਿੱਲੀ ਦੇ ਵਿੱਚ ਆਇਆ ਜਦੋਂ ਸੁਣਿਆ ਹੈ। ਸੁਣ ਗਇਓ ਸ਼ਾਹੋ ਤਿਸ ਤੀਰ। ਤੇ ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗਿਆ ਵੀ ਮਹਾਨ ਪੀਰ ਸਾਈਂ ਮੀਆਂ ਮੀਰ ਜੀ ਦਿੱਲੀ ਆਏ ਹੋਏ ਹੈ। ਸੁਣ ਕੇ ਬਾਦਸ਼ਾਹ ਜਦੇ ਹੀ ਨੰਗੇ ਪੈਰੀਂ
ਤੇ ਫਕੀਰ ਮੀਆਂ ਮੀਰ ਨੂੰ ਮਿਲਣ ਵਾਸਤੇ ਪਹੁੰਚਿਆ ਹੈ। ਚੌਪਈ ਮਹਾਬ੍ਰਿਧ ਜਰ ਜਰੀ ਸਰੀਰ। ਜਿਹਦਾ ਸਰੀਰ ਬੜਾ ਬੁੱਢਾ ਹੋ ਚੁੱਕਾ ਹੈ, ਮੀਆਂ ਮੀਰ ਜੀ ਸਾਈਂ ਦਾ, ਔਰ ਬਹੁਤ ਬਿਰਧ ਅਵਸਥਾ, 200 ਵਰੇ ਦੀ ਉਮਰ ਇਸ ਦੀ ਹੈ। ਅੰਤਰ ਬ੍ਰਿਤੀ ਰਹਿਤ ਥਰ ਧਰ ਧੀਰ। ਤੋ ਕਵੀ ਜੀ ਕਹਿੰਦੇ ਅੰਤਰਮੁਖੀ ਬਿਰਤੀ ਧਾਰ ਕੇ ਧੀਰਜ ਸਹਿਤ ਰਹਿਣ ਵਾਲਾ ਫਕੀਰ ਹੈ ਸਾਈਂ ਮੀਆਂ ਮੀਰ। ਜੁਗ ਪੌਹਣ ਕੇ ਰੋਮ ਵਿਸਾਲਾ। ਜਿਹੜੇ ਦੋਵੇਂ ਭਰਵੱਟੇ ਆ ਸਹੇਲੀਆਂ, ਇਹਦੇ ਜਿਹੜੇ ਰੋਮ ਹੈ ਬਹੁਤ ਵੱਡੇ ਹੋ ਚੁੱਕੇ ਆ, ਬਿਰਧ ਅਵਸਥਾ ਹੋਣ ਕਰਕੇ ਬਹੁਤ ਲੰਮੇ ਲੰਮੇ ਸਹੇਲੀਆਂ ਦੇ ਚਿੱਟੇ ਦੁੱਧ ਧਾਰੇ ਕੇਸ ਹਨ ਭਰਵੱਟਿਆਂ ਦੇ। ਭਏ ਸੁਪੈਦ ਚੁੱਕੇ ਜਬ ਜਾਲਾ। ਤੇ ਕਹਿੰਦੇ ਝੁਕੇ ਹੋਏ ਹੇਠਾਂ ਨੂੰ ਤੇ ਐਨ ਚਿੱਟੇ ਸਫੈਦ ਹੈ। ਅੱਖਾਂ ਦੀਆਂ ਚਿਮਣੀਆਂ ਦੇ ਜਿਹੜੇ ਕੇਸ ਆ ਉਹ ਵੀ ਲੰਮੇ ਹੋ ਚੁੱਕੇ, ਚਿੱਟੇ ਹੋ ਚੁੱਕੇ ਆ। ਤੇ ਜਿਹੜੇ ਭਰਵੱਟਿਆਂ ਦੇ ਕੇਸ ਆ ਉਹ ਮਾਨੋ ਵੀ ਅੱਖਾਂ ਸਾਰੀਆਂ ਹੀ ਟਕੀਆਂ ਹੋਈਆਂ ਹਨ। ਮੁਦਰਿਤ ਲੋਚਨ ਉਪਰ ਛਾਏ। ਤੇ ਇਹ ਜਿਹੜੇ ਹੈ ਮੁਦਰਤ ਜਿਹੜੇ ਨੇਤਰ ਆ ਉਹ ਬੰਦ ਹੋ ਚੁੱਕੇ ਆ ਉਹਨਾਂ ਕੇਸਾਂ ਦੇ ਨਾਲ। ਤੋ ਇਹ ਦੋਵੇਂ ਭਰਵੱਟੇ ਜਿਹੜੇ ਉਹਦੇ ਕੇਸ ਹੈ ਸਾਈਂ ਮੀਆਂ ਮੀਰ ਜੀ ਦੇ ਨੇਤਰਾਂ ਦੇ ਉੱਪਰ ਛਾਏ ਹੋਏ ਹਨ। ਬੋਲੇ ਕਬਹੂ ਬਹੁਤ ਬੁਲਾਏ। ਤੇ ਬੋਲਦੇ ਬਹੁਤ ਘੱਟ ਹੈ, ਜੇ ਕੋਈ ਬਹੁਤਾ ਬੁਲਾਵੇ ਤੇ ਫੇਰ ਕੋਈ ਮੁਖੋਂ ਬਚਨ ਕਰਦੇ ਹਨ। ਜੋਰ ਜੋਗ ਕੇ ਬੈਸ ਵਿਸਾਲ। ਤੇ ਇਹਨਾਂ ਕੋਲ ਯੋਗ ਵਿਦਿਆ ਦਾ ਬੜੇ ਅਭਿਆਸੀ ਆ ਸਾਈਂ ਜੀ, ਜਿਸ ਕਰਕੇ ਇਹਨਾਂ ਦੀ ਉਮਰ ਬਹੁਤ ਹੋ ਚੁੱਕੀ ਹੈ। ਰਾਖਿਓ ਨਿਜ ਸਰੀਰ ਚਿਰਕਾਲ। ਸਰੀਰ ਨੂੰ ਸਾਂਭ ਕੇ ਬੜੇ ਸਮੇਂ ਤੱਕ ਇਹਨਾਂ ਜਿਉਂਦਾ ਰੱਖਿਆ। 200 ਵਰੇ ਦੀ ਉਮਰ ਇਹਨਾਂ ਦੀ ਹੈ ਯੋਗ ਅਭਿਆਸ ਦੇ ਕਾਰਨ। ਵਹਿਰ ਜਗਤ ਤੇ ਬ੍ਰਿਤ ਉਠਾਈ। ਤੇ ਇਹਨਾਂ ਦੀ ਬਿਰਤੀ ਜਿਹੜੀ ਸਾਈਂ ਜੀ ਦੀ ਉਹ ਬਾਹਰੀ ਬਿਰਤੀ ਇਹਨਾਂ ਜਿਸ ਸੰਸਾਰ ਤੋਂ ਚੁੱਕੀ ਹੋਈ ਹੈ। ਬਾਹਰਮੁਖੀ ਬਿਰਤੀ ਹੁੰਦੀ ਵੀ ਕਿਸੇ ਦੇ ਸੰਸਾਰ ਵਿੱਚ ਨਾਨਾਪੁਣਾ ਦਿਸੀ ਜਾਣਾ, ਕਿਸੇ ਦੇ ਗੁਣ ਦਿਸੀ ਜਾਣੇ, ਕਿਸੇ ਦੇ ਔਗਣ ਦਿਸੀ ਜਾਣੇ। ਬਾਹਰ ਵਾਲੇ ਪਾਸੋਂ ਬਿਰਤੀ ਬਿਲਕੁਲ ਹੀ ਚੁੱਕੀ ਹੋਈ, ਕੋਈ ਸੁੱਧ ਨਹੀਂ ਵੀ ਬਾਹਰ ਕੀ ਹੋ ਰਿਹਾ। ਸੰਸਾਰ ਵਾਲੇ ਪਾਸੇ ਧਿਆਨ ਜਿਹੜਾ ਉਹ ਬਿਰਤੀ ਹੈ ਉਹ ਬਿਲਕੁਲ ਇਹਨਾਂ ਬੰਦ ਕੀਤੀ ਹੋਈ, ਚੁੱਕੀ ਹੋਈ, ਉਠਾਈ ਹੋਈ ਹੈ। ਲੇਤ ਆਨੰਦ ਰਸ ਹਿਰਦੇ ਟਿਕਾਈ। ਤੇ ਜਿਹੜੀ ਬਿਰਤੀ ਉਹਨੂੰ ਅੰਤਰਮੁਖੀ ਕਰਕੇ ਤੇ ਹਿਰਦੇ ਵਿੱਚ ਨਾਮ ਪਰਮੇਸ਼ਰ ਦੀ ਬੰਦਗੀ ਦਾ ਆਨੰਦ ਲੈਂਦਾ ਹੈ ਸਾਈਂ ਮੀਆਂ ਮੀਰ। ਜੇਤਕ ਸ਼ਾਹੋ ਭਏ ਤਿਨ ਆਗੇ। ਤੇ ਜਿੰਨੇ ਵੀ ਕੋਈ ਰਾਜੇ ਮਹਾਰਾਜੇ ਹੈ ਉਸ ਸਮੇਂ ਦੇ, ਉਹ ਸਾਰੇ ਜਿੰਨੇ ਕੋਈ ਬਾਦਸ਼ਾਹ, ਕੋਈ ਰਜਵਾੜੇ, ਕੋਈ ਜਗੀਰਦਾਰ ਜਾਂ ਜਿੰਨੇ ਵੀ ਮੁਸਲਮਾਨੀ ਮਤ ਦੇ ਬਾਦਸ਼ਾਹ ਹਨਗੇ, ਰਾਖ ਅਦਬ ਪਦ ਪੰਕਜ ਲਾਗੇ। ਉਹ ਸਾਈਂ ਜੀ ਦੇ ਅੱਗੇ ਝੁਕਦੇ ਆ ਤੇ ਚਰਨੀ ਲੱਗਦੇ ਆ। ਬੜਾ ਸਤਿਕਾਰ ਹੈ ਸਾਈਂ ਮੀਆਂ ਮੀਰ ਦਾ ਸਾਰੇ ਇਸਲਾਮ ਦੇ ਅੰਦਰ। ਚੜ੍ਹੈ ਪਾਲਕੀ ਪਰ ਅਸਵਾਰੀ। ਸਰੀਰ ਬੁੱਢਾ ਹੋਣ ਕਰਕੇ ਪੈਦਲ ਨਹੀਂ ਤੁਰਿਆ ਜਾਂਦਾ ਤੇ ਸਾਈਂ ਜੀ ਪਾਲਕੀ ਦੀ ਅਸਵਾਰੀ ਕਰਦੇ ਆ। ਸ਼ਾਹੋ ਚੱਲਹਿ ਪਥ ਸਾਧ ਅਗਾਰੀ। ਵੱਡੇ ਵੱਡੇ ਬਾਦਸ਼ਾਹ ਨੰਗੇ ਪੈਰੀ ਜਾਂਦੇ ਆ ਇਹਨਾਂ ਦੇ ਨਾਲ। ਜਦੋਂ ਬਾਦਸ਼ਾਹ ਜਹਾਂਗੀਰ ਨੇ ਸੁਣਿਆ ਵੀ ਆਏ ਹੋਏ ਦਿੱਲੀ ਦੇ ਲਾਗੇ, ਤੇ ਬਾਦਸ਼ਾਹ ਵੀ ਗਿਆ ਸੀ ਸਾਈਂ ਜੀ ਦੇ ਦਰਸ਼ਨ ਕਰਨ। ਸਾਈਂ ਮੀਆਂ ਮੀਰ ਦੀ ਪਾਲਕੀ ਤੇ ਚੜ੍ਹ ਕੇ ਜਾ ਰਹੇ ਆ ਤੇ ਬਾਦਸ਼ਾਹ ਜਹਾਂਗੀਰ ਨੰਗੇ ਪੈਰੀ ਨਾਲ ਤੁਰ ਕੇ ਜਾ ਰਿਹਾ ਹੈ। ਬਹੁ ਸ਼ਰਧਾ ਰਾਖਤ ਉਰ ਮਾਹੀ। ਬੜੀ ਸ਼ਰਧਾ ਰੱਖਦੇ ਸਾਰੇ ਰਾਜੇ, ਜਿਨ੍ਹਾਂ ਵਿੱਚ ਜਹਾਂਗੀਰ ਵੀ ਹੈ। ਗਇਓ ਸ਼ਾਹੋ ਤਬ ਤਿਸਕੇ ਪਾਹੀ। ਤੇ ਬਾਦਸ਼ਾਹ ਜਹਾਂਗੀਰ ਸਾਈਂ ਮੀਆਂ ਮੀਰ ਜੀ ਦੇ ਪਾਸ ਪਹੁੰਚਿਆ ਹੈ। ਕਰੀ ਬੰਦਗੀ ਬੈਠਿਓ ਜਾਈ। ਨਮਸਕਾਰ ਕੀਤੀ ਮੀਆਂ ਮੀਰ ਜੀ ਨੂੰ ਤੇ ਬਾਦਸ਼ਾਹ ਚਰਨੀ ਬੈਠ ਗਿਆ ਹੈ। ਸਰਬ ਨਰਨ ਕੀ ਭੀੜ ਹਟਾਈ। ਤੇ ਸਾਰੇ ਮਨੁੱਖਾਂ ਦੀ ਭੀੜ ਜੀ ਹਟਾ ਦਿੱਤੀ ਹੈ। ਭਾਵ ਵੀ ਬਾਦਸ਼ਾਹ ਜਦੋਂ ਗਿਆ ਆ ਤੇ ਸਾਰੇ ਜਿੰਨੇ ਕੋ ਹੋਰ ਸ਼ਰਧਾਲੂ ਸਨ ਜਾਂ ਇਹਦੇ ਸਾਈਂ ਜੀ ਦੇ ਕੋਈ ਚੇਲੇ ਸਨ, ਆਦਿਕ ਮੁਰੀਦ, ਉਹ ਸਾਰਿਆਂ ਨੂੰ ਉੱਥੋਂ ਪਾਸੇ ਕਰ ਦਿੱਤਾ ਗਿਆ ਹੈ। ਜਹਾਂਗੀਰ ਇੱਕ ਦੂਜੋ ਪੀਰ। ਹੁਣ ਦੋਵੇਂ ਹੀ ਰਹਿ ਗਏ, ਇੱਕ ਜਹਾਂਗੀਰ ਰਹਿ ਗਿਆ ਹੈ ਤੇ ਦੂਜੇ ਸਾਈਂ ਮੀਆਂ ਮੀਰ ਜੀ ਬੈਠੇ ਹਨ। ਅਪਰ ਨ ਰਾਖਿਓ ਆਪਣੇ ਤੀਰ। ਤੇ ਹੋਰ ਕੋਈ ਨਾ ਬਾਦਸ਼ਾਹ ਨੇ ਆਪਦੇ ਨਾਲ ਮਨੁੱਖ ਰੱਖਿਆ ਤੇ ਸਾਈਂ ਮੀਆਂ ਮੀਰ ਜੀ ਨੇ ਵੀ ਆਪਦੇ ਸਾਰੇ ਮੁਰੀਦ ਪਾਸੇ ਇੱਕ ਦੂਰ ਕਰ ਦਿੱਤੇ ਹਨ। ਬੂਝਤ ਭਇਓ ਸੰਤ ਕੇ ਲੱਛਣ। ਤੇ ਬਾਦਸ਼ਾਹ ਜਹਾਂਗੀਰ ਨਾ ਇਹ ਸਾਈਂ ਮੀਆਂ ਮੀਰ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦਾ, ਇਹ ਫਕੀਰ ਜੀ, ਸੰਤ ਕੌਣ ਹੁੰਦਾ ਹੈ? ਸੰਤ ਦੇ ਲੱਛਣ ਕੀ ਹੈ? ਸੰਤ ਕਿੱਦਾਂ ਦੇ ਹੁੰਦੇ ਆ? ਕਿਰਪਾ ਕਰਕੇ ਮੈਨੂੰ ਬਖਸ਼ੋ, ਸੰਤਾਂ ਦੇ ਲੱਛਣ ਦੱਸਣਾ ਕਰੋ ਜੀ। ਕਹੋ ਪੀਰ ਹੀ ਜੈ ਹੋ ਜੋ ਬਚਛਣ। ਹੈ ਜੋ ਬਚਛਣ ਪੀਰ ਸਾਈਂ ਮੀਆਂ ਮੀਰ ਜੀ,
ਸੰਤ ਕੌਣ ਹੈ, ਕਿਹੋ ਜਿਹਾ ਹੁੰਦਾ ਹੈ, ਉਹਦਾ ਪਤਾ ਕਿਵੇਂ ਲੱਗਦਾ ਹੈ, ਸੁਭਾਅ ਆਚਰਣ ਕੈਸਾ ਸੰਤ ਦਾ। ਇਹ ਸਾਈਂ ਮੀਆਂ ਮੀਰ ਜੀ ਆਪ ਦੱਸੋ ਉਹਨਾਂ ਸੁੰਦਰ ਸੰਤਾਂ ਦੇ ਬਾਰੇ ਜੀ। ਜਿਸ ਤੇ ਸੁਖੀ ਰਹੈ ਤਜ ਸ਼ੌਂਕ, ਵੀ ਇਹੋ ਜੀ ਕਿਹੜੀ ਅਵਸਥਾ ਹੁੰਦੀ ਸੰਤਾਂ ਕੋਲ ਵੀ ਜਿਸ ਕਰਕੇ ਉਹ ਸੁਖੀ ਰਹਿੰਦੇ ਆ, ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਕਦੇ ਉਹਨਾਂ ਨੂੰ ਦੁੱਖ ਨਹੀਂ ਪਹੁੰਚਦਾ ਹੈ, ਕਦੇ ਦੁਖੀ ਨਹੀਂ ਹੁੰਦੇ ਹਨ। ਹੋਤ ਨਾ ਦੀਨ ਦਾਨ ਹੋ ਲੋਕ, ਇਹ ਦੋਵਾਂ ਲੋਕਾਂ ਵਿੱਚ ਵੀ ਦੀਨ ਕਹੀਏ ਦੁਖੀ ਨਹੀਂ ਹੁੰਦੇ। ਲੋਕ ਤੇ ਪਰਲੋਕ ਵਿੱਚ ਆਨੰਦ ਸਹਿਤ ਰਹਿੰਦੇ, ਸੁਹੇਲੇ ਰਹਿੰਦੇ ਆ। ਇਹੋ ਜਿਹੀ ਕਿਹੜੀ ਸ਼ੈ ਹੈ ਸੰਤਾਂ ਦੇ ਪਾਸ ਜਿਸ ਕਰਕੇ ਇਹ ਐਸ ਜਹਾਨ ਵਿੱਚ ਵੀ ਸੌਖੇ ਰਹਿੰਦੇ ਆ, ਪਰਲੋਕ ਵਿੱਚ ਵੀ ਦੁੱਖ ਨਹੀਂ ਮਨਾਉਂਦੇ ਆ। ਕਹੈ ਪੀਰ ਸੁਨ ਸੰਤਨ ਭੂਖਨ, ਤੋ ਬਾਦਸ਼ਾਹ ਨੂੰ ਕਹਿੰਦਾ, ਸਾਈਂ ਮੀਆਂ ਮੀਰ ਜੀ ਕਹਿੰਦੇ ਆ, ਲੈ ਬਾਦਸ਼ਾਹ ਜੇ ਸੰਤਾਂ ਬਾਰੇ ਪੁੱਛਦਾ ਤੇ ਜਿਹੜੇ ਸੰਤਾਂ ਦੇ ਗੁਣ ਰੂਪੀ ਗਹਿਣੇ ਪਾਏ ਹੋਏ ਆ ਮਨ ਰੂਪੀ ਗਲ ਦੇ ਵਿੱਚ, ਲੈ ਸੁਣਨਾ ਕਰ ਤੂੰ। ਸਭ ਵਿਕਾਰ ਤੇ ਰਹਿ ਅਦੂਖਨ, ਪਹਿਲੀ ਗੱਲ ਤੇ ਇਹ ਹੈ ਵੀ ਜਿਹੜੇ ਸੰਤ ਹੁੰਦਾ ਹੈ ਕੋਈ ਸਾਧੂ, ਉਹ ਸਾਰਿਆਂ ਵਿਸ਼ੇ ਵਿਕਾਰਾਂ ਤੋਂ ਅਦੂਖਣ ਰਹਿੰਦਾ, ਨਿਰਦੋਖ ਰਹਿੰਦਾ, ਵਿਸ਼ੇ ਵਿਕਾਰਾਂ ਵਿੱਚ ਫਸਦਾ ਨਹੀਂ ਹੈ। ਰੋਕ ਬਾਸਨਾ ਚਾਹ ਮਿਟਾਈ, ਉਹਨੇ ਵਾਸ਼ਨਾ ਨੂੰ ਰੋਕਿਆ ਹੁੰਦਾ ਹੈ ਤੇ ਮਨ ਦੇ ਫੁਰਨੇ ਜਿਹੜੇ ਜਾਂ ਚਾਹਨਾ ਹੁੰਦੀ ਵੀ ਇੱਛਾ ਕਰਦੇ ਹੀ ਰਹਿੰਦੇ ਆ, ਜਿਵੇਂ ਅਸੀਂ ਉਹ ਆਸਾ ਮਨਸਾ ਸਾਰੀ ਮਿਟਾਈ ਹੁੰਦੀ ਹੈ। ਤੇ ਵਾਸ਼ਨਾ ਮਨ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਜਿਹੜੇ ਅੱਗੇ ਸ਼ਬਦ ਰਸ ਰੂਪ ਗੰਧ ਸਪਰਸ਼, ਇਹ ਵਾਸ਼ਨਾਵਾਂ ਸਾਰੀਆਂ ਰੋਕੀਆਂ ਹੁੰਦੀਆਂ, ਮਿਟਾਈਆਂ ਹੁੰਦੀਆਂ ਹਨ ਬੰਦਗੀ ਦੇ ਬਲ ਨਾਲ। ਭਏ ਅਚਾਹ ਏਕ ਲਿਵ ਲਾਈ, ਤੇ ਇੱਕ ਪਰਮੇਸ਼ਰ ਵਿੱਚ ਸੁਰਤ ਜੋੜ ਜੋੜ ਕੇ ਉਹ ਅਚਾਹ ਹੋ ਗਏ ਹੈ। ਅਚਾਹ ਮੈਨੇ ਵੀ ਕੋਈ ਚਾਹਣਾ ਨਾ ਰਵੇ ਮਨ ਵਿੱਚ, ਨਿਰਇੱਛਕ ਹੋ ਗਏ ਹੁੰਦੇ, ਨਿਸਪ੍ਰੇਹੀ ਹੋ ਜਾਂਦੇ ਹਨ। ਸੀਤਲ ਭਇਓ ਹਿਰਦਾ ਨਿਸ਼ਕਾਮ, ਜਿਸ ਕਰਕੇ ਜਦੋਂ ਨਿਸ਼ਕਾਮ ਹੋ ਜਾਂਦੇ ਤੇ ਹਿਰਦਾ ਸੀਤਲ ਹੋ ਜਾਂਦਾ, ਕਿਉਂਕਿ ਜਦੋਂ ਮਨ 'ਚ ਕਾਮਨਾ ਤੇ ਫੁਰਨੇ ਉੱਠਦੇ ਐ ਬਾਦਸ਼ਾਹ, ਉਦੋਂ ਮਨ ਚੰਚਲ ਰਹਿੰਦਾ, ਦੁਖੀ ਰਹਿੰਦਾ, ਆਸਾ ਪੂਰੀ ਨਹੀਂ ਹੁੰਦੀ, ਫਿਰ ਦੁਖੀ ਹੁੰਦਾ। ਜਦੋਂ ਮਨ 'ਚੋਂ ਫੁਰਨੇ ਉੱਠਣੇ ਬੰਦ ਹੋ ਜਾਣ ਉਦੋਂ ਸਾਰੇ ਹੀ ਸੁੱਖ ਪ੍ਰਾਪਤ ਹੋਣ ਲੱਗ ਜਾਂਦੇ ਹੈ। ਤੇ ਸੰਤ ਜਿਹੜੇ ਹੁੰਦੇ ਕੋਈ ਗੁਰਮੁਖ ਪਿਆਰੇ ਜਾਂ ਜਿਹੜੇ ਕੋਈ ਬੰਦਗੀ ਵਾਲੇ ਸਾਧੂ ਹੈ, ਉਹਨਾਂ ਨੇ ਨਿਸ਼ਕਾਮ ਹਿਰਦਾ ਕੀਤਾ ਹੁੰਦਾ ਹੈ ਬੰਦਗੀ ਕਰ ਕਰਕੇ। ਜਦੋਂ ਹਿਰਦਾ ਨਿਸ਼ਕਾਮ ਹੋ ਜਾਂਦਾ ਹੈ ਫਿਰ ਹਿਰਦਾ ਨਾਲ ਠੰਡਾ ਵੀ ਹੋ ਜਾਂਦਾ ਹੈ, ਐਨ ਸ਼ਾਂਤ ਹੋ ਜਾਂਦੇ ਹਨ। ਸਹਜਾ ਬ੍ਰਿਤ ਇਸੀ ਕੋ ਨਾਮ, ਜਦੋਂ ਫੁਰਨੇ ਨਾ ਉੱਠਣ ਮਨ ਵਿੱਚ ਤੇ ਮਨ ਸ਼ਾਂਤ ਹੋ ਜਾਵੇ, ਇਸੇ ਦਾ ਨਾਮ ਸਹਿਜ ਬ੍ਰਿਤੀ ਹੈ। ਇਸ ਅਵਸਥਾ ਨੂੰ ਸਹਿਜਾ ਬ੍ਰਿਤ ਆਖਦੇ ਹਨ। ਜੀਵਨ ਮੁਕਤ ਅਵਸਥਾ ਇਹੀ, ਤੇ ਬਾਦਸ਼ਾਹ ਇਹ ਜੀਵਨ ਮੁਕਤ ਦੀ ਅਵਸਥਾ ਹੈ। ਉਹ ਜਿਉਂਦੇ ਜੀਵ ਮੁਕਤ ਮਨੁੱਖ ਹੁੰਦੇ ਆ ਜਿਨ੍ਹਾਂ ਵਿੱਚ ਆ ਲੱਛਣ ਪ੍ਰਗਟ ਹੁੰਦੇ ਆ। ਨਹਿ ਉਥਾਨ ਫੁਰਨੋ ਵਿਦ ਕੇਹੀ, ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਫੁਰਨਾ ਹੁੰਦਾ ਹੈ ਨਾ ਉਹ ਨਹੀਂ ਕਰਦੇ। ਕਿਸੇ ਤਰ੍ਹਾਂ ਦੇ ਫੁਰਨੇ ਜਦੋਂ ਜੀਵ ਦੇ ਹਿਰਦੇ ਵਿੱਚ ਉੱਠਣ ਹੀ ਨਾ, ਕੋਈ ਵੀ ਚੰਗਾ ਮਾੜਾ ਫੁਰਨਾ ਜਦੋਂ ਉੱਠਦਾ ਨਹੀਂ ਨਾ, ਤੇ ਉਸ ਨੂੰ ਜੀਵਨ ਮੁਕਤ ਅਵਸਥਾ ਆਖਿਆ ਜਾਂਦਾ ਹੈ। ਮਿਰਤਕ ਮਨਿੰਦ ਜਗਤ ਮਹਿ ਅਹੈ, ਉਹ ਸੰਸਾਰ ਵਿੱਚ ਜਿਵੇਂ ਮੁਰਦਾ ਹੁੰਦਾ ਹੈ ਉਸ ਤਰ੍ਹਾਂ ਰਹਿੰਦੇ ਆ। ਹੁਣ ਮਰਿਆ ਜਿਹੜਾ ਹੈ ਨਾ, ਉਹ ਮਰੇ ਨੂੰ ਮਹਾਰਾਜ ਦਾ ਇੱਕ ਫਰਮਾਨ ਆਉਂਦਾ ਹੈ ਗੁਰਬਾਣੀ 'ਚ ਵੀ, ਮਰੇ ਨੂੰ ਚਾਹੇ ਗੁਰੂੜੀ ਵਿੱਚ ਰੋਲਦਾ ਫਿਰ ਉਹਨੂੰ ਤਾਂ ਮਿਰਤਕ ਕਾ ਕਿਆ ਘਟ ਜਾਈ, ਮੁਰਦੇ ਦਾ ਕੀ ਘਟ ਜਾਂਦਾ। ਉਹ ਮਨ ਮੁਰਦਾ ਕੀਤਾ ਹੁੰਦਾ। ਤੋ ਲਾਲਚ ਲੋਭ ਤਾਂ ਦੂਰ ਦੀ, ਹੁਣ ਮੁਰਦੇ ਨੂੰ ਚਾਹੇ ਲੱਖ ਰੁਪਈਆ ਦੇਵੇ ਕੋਈ ਤੇ ਚਾਹੇ ਗਾਲਾਂ ਕੱਢੀ ਜਾਵੇ, ਮੁਰਦੇ ਨੂੰ ਕੀ ਪਰਵਾਹ ਹੁੰਦੀ ਹੈ। ਇਸ ਤਰ੍ਹਾਂ ਉਹ ਮਰੇ ਹੁੰਦੇ ਹੈ, ਮਨ ਉਹਨਾਂ ਮਾਰਿਆ ਮਰਿਆਂ ਦੇ ਤੁਲ ਰਹਿੰਦੇ ਹੈ ਸੰਸਾਰ ਦੇ ਅੰਦਰ। ਸਭ ਰਸ ਤਜ ਆਤਮ ਰਸ ਲਹੈ, ਤੇ ਸਾਰੇ ਜਿਹੜੇ ਰਾਸ ਹੁੰਦੇ ਨਾ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਦੇ, ਉਹ ਛੱਡ ਦਿੱਤੇ ਹੁੰਦੇ ਉਹਨਾਂ ਨੇ। ਕਿਉਂਕਿ ਮੁਰਦਾ ਮੰਗਦਾ ਕੋਈ ਮੈਨੂੰ ਇਹੋ ਜਿਹਾ ਗੱਫਾ ਚਾਹੀਦਾ, ਇਹੋ ਜਿਹਾ ਬਸਤਰ ਚਾਹੀਦਾ। ਜਦੋਂ ਮਨ ਮਰ ਜਾਂਦਾ ਹੈ, ਮੁਰਦਾ ਹੋ ਜਾਂਦਾ ਹੈ, ਫਿਰ ਸਾਰੇ ਰਸ ਛੱਡੇ ਜਾਂਦੇ ਤੇ ਆਤਮਾ ਦਾ ਰਸ ਲੈਂਦੇ ਇਕੱਲਾ, ਹੋਰ ਸਾਰੇ ਰਸ ਛੱਡ ਕੇ ਤੇ ਆਤਮਾ ਰਸ ਵਿੱਚ ਲੀਨ ਰਹਿੰਦੇ ਆ। ਚਿਦਾਨੰਦ ਮਹਿ ਪਾਏ ਬਸੇਰੇ, ਤੇ ਚਿਦਾਨੰਦ ਜਿਹੜਾ ਸਤ ਚਿਦਾਨੰਦ ਪਰਮੇਸ਼ਰ ਹੈ ਨਾ, ਸਤ ਚੇਤਨ ਆਨੰਦ ਸਰੂਪ, ਉਸ ਪਰਮੇਸ਼ਰ ਦੇ ਵਿੱਚ ਹੀ ਵਾਸਾ ਰੱਖਦੇ ਆ। ਫਿਰ ਉਹ ਬਿਰਤੀ ਪਰਮੇਸ਼ਰ ਵਿੱਚ ਟਿਕਾ ਕੇ ਰੱਖਦੇ, ਕਿਉਂਕਿ ਬਿਰਤੀ ਇੱਕ ਹੈ। ਜੇ ਫੁਰਨੇ ਉਠਾਏਗੀ ਫਿਰ ਪਰਮੇਸ਼ਰ ਤਾਂ ਭੁੱਲੇਗਾ ਹੀ ਨਾ, ਇੱਕ ਸਮੇਂ ਇੱਕ ਕੰਮ ਹੀ ਕਰ ਸਕਦੀ ਹੈ। ਤੋ ਬਿਰਤੀ ਜੇ ਫੁਰਨ ਸੰਸਾਰ ਵਾਲੇ ਪਾਸੇ ਆ ਤੇ ਫਿਰ ਨਿਰੰਕਾਰ ਵਾਲੇ ਪਾਸੇ ਕਦੇ ਨਹੀਂ ਹੋਵੇਗੀ। ਜੇ ਨਿਰੰਕਾਰ ਵਾਲੇ ਪਾਸੇ ਬਿਰਤੀ ਜੁੜ ਜਾਵੇ ਤੇ ਫਿਰ ਸੰਸਾਰ ਭੁੱਲ ਜਾਂਦਾ ਹੈ। ਸਤ ਚਿਦਾਨੰਦ ਸਤ ਚੇਤਨ ਸਰੂਪ ਪਰਮੇਸ਼ਰ ਜਿਹੜਾ ਹੈ
ਉਹਦੇ ਵਿੱਚ ਬਿਰਤੀ ਵਸਾ ਕੇ ਰੱਖਦੇ, ਟਿਕਾ ਕੇ ਰੱਖਦੇ ਹਨ। ਤ੍ਰਿਨ ਸਭ ਅੰਪਰ ਰਸਨ ਕੋ ਤੇ ਹੇਰੇ। ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰਾਂ ਦਾ ਰਾਸ ਹੈ ਨਾ, ਆਨੰਦ, ਉਹਨੂੰ ਘਾਹ ਵਾਂਗੂ, ਕੱਖ ਵਾਂਗੂ ਜਾਣਦੇ ਆ, ਵੀ ਜਿਵੇਂ ਕੱਖ ਦੀ ਕੋਈ ਕੀਮਤ ਨਹੀਂ ਨਾ ਹੁੰਦੀ ਮਨੁੱਖ ਦੇ ਨਿਗਾਹ ਵਿੱਚ। ਜਿਹੜੇ ਸੰਤ ਮਹਾਂਪੁਰਖ ਹੈ ਉਹ ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ ਕੱਖ ਵਰਗਾ ਜਾਣਦੇ ਹਨ। ਮਨ ਰਖੀਕ ਸਿਥਲੇ ਪਰ ਜਾਏ। ਜਿਸ ਕਰਕੇ ਉਹਨਾਂ ਦਾ ਮਨ ਤੇ ਰਖੀਕ ਕਹੀਏ ਇੰਦਰੇ, ਇਹ ਸਿਥਲੇ ਹੋ ਜਾਂਦੇ ਆ। ਸਿਥਲੇ ਨਾਮ ਕਮਜ਼ੋਰ ਦਾ, ਮਨ ਵੀ ਕਮਜ਼ੋਰਾ ਪੈ ਜਾਂਦਾ ਵਿਸ਼ੇ ਵਾਸ਼ਨਾ ਭੋਗਣ ਵਾਲੇ ਪਾਸਿਓਂ। ਇੰਦਰੇ ਵੀ ਜਿਹੜੇ ਉਹ ਰੁਕ ਜਾਂਦੇ ਆ, ਵਿਸ਼ੇ ਭੋਗਣੋਂ ਕਮਜ਼ੋਰ ਪੈ ਜਾਂਦੇ ਹਨ। ਜਗ ਬਰਤਨ ਸਹਜੇ ਸਿਧ ਪਾਏ। ਤੇ ਸੰਸਾਰ ਦੇ ਵਿੱਚ ਫਿਰ ਜਿਹੜਾ ਵਰਤਣ ਹੁੰਦਾ, ਵਿਹਾਰ ਹੁੰਦਾ, ਉਹ ਸਹਿਜੇ ਹੋ ਜਾਂਦਾ ਉਹਨਾਂ ਦਾ, ਵੀ ਕੋਈ ਭੱਜ ਦੌੜ ਨਹੀਂ ਨਾ ਕਰਦੇ। ਉਹ ਸਿੱਧ ਪਾਏ, ਉਹ ਸੰਸਾਰ ਦੇ ਵਰਤਣ ਸੁਤੇ ਹੀ ਹੋਣ ਲੱਗ ਪੈਂਦੇ ਆ, ਵੀ ਜਿੰਨੇ ਕੁ ਪਦਾਰਥ ਮਿਲਣੇ ਉਹ ਜਿੰਨੇ ਕੁ ਪ੍ਰਾਪਤ ਸੁਤੇ ਹੀ ਹੋ ਜਾਣ, ਉਹ ਹੋ ਜਾਣ। ਆਪ ਨਹੀਂ ਉਦਮ ਕਰਦੇ ਕੋਈ, ਜੋ ਮਿਲ ਗਿਆ ਬਸ ਉਹ ਜਥਾ ਲਾਭਾ ਤਥਾ ਸੁਖ ਤਥਾ ਸੰਤੋਖਾ, ਇਸ ਤਰ੍ਹਾਂ ਰਹਿਣ ਲੱਗ ਪੈਂਦੇ ਹਨ। ਜਤਨ ਜੋਰ ਤੇ ਕਰਹਿ ਨ ਕੋਏ। ਵੀ ਆਪ ਦਾ ਯਤਨ ਜ਼ੋਰ ਨਹੀਂ ਕਰਦੇ, ਵੀ ਮੈਂ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ ਲਵਾਂ। ਉਹ ਸਭ ਜਿਹੜੇ ਫੁਰਨੇ ਆ ਮਨ ਦੇ ਛੱਡ ਦਿੰਦੇ ਆ, ਤੇ ਜੋ ਪਰਮੇਸ਼ਰ ਦੇਈ ਜਾਂਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਇਸ ਤਰ੍ਹਾਂ ਦੀ ਬਿਰਤੀ ਰੱਖ ਕੇ ਇਹ ਬਾਦਸ਼ਾਹ ਯਤਨ ਜ਼ੋਰ ਨਹੀਂ ਕੋਈ ਕਰਦੇ, ਸਹਿਜੇ ਹੋਏ ਸੋ ਹੋਏ। ਪੁਰ ਕੀ ਲਹਿਰ ਬਿਲੈ ਸਭ ਹੋਏ। ਤੇ ਮਨ ਦੇ ਵਿੱਚੋਂ ਜਿਹੜੀਆਂ ਫੁਰਨਿਆਂ ਰੂਪੀ ਵਾਸ਼ਨਾ ਰੂਪੀ ਲਹਿਰਾਂ ਹੈ, ਉਹ ਵਿਲੈ ਹੋ ਜਾਂਦੀਆਂ, ਭਾਵ ਕਿ ਵਿਸ਼ੇਸ਼ ਕਰਕੇ ਨਾਸ਼ ਹੋਈਆਂ ਹੁੰਦੀਆਂ ਹਨ। ਕਰਾਮਾਤ ਸਭ ਲੈਤਾ ਪਾਵੈ। ਜਦੋਂ ਇਹ ਅਵਸਥਾ ਹੋ ਜਾਂਦੀ ਹੈ ਨਾ, ਸਹਿਜ ਅਵਸਥਾ, ਤੇ ਸੁਤੇ ਸਿੱਧੀ ਬਾਦਸ਼ਾਹ, ਫਿਰ ਉਸ ਸੰਤਾਂ ਮਹਾਂਪੁਰਖਾਂ ਦੇ ਅੰਦਰ ਕਰਾਮਾਤਾਂ ਪ੍ਰਵੇਸ਼ ਕਰਨ ਲੱਗ ਪੈਂਦੀਆਂ ਨੇ। ਸ਼ਕਤੀਆਂ, ਕਿਉਂਕਿ ਹਿਰਦੇ ਵਿੱਚ ਪਰਮੇਸ਼ਰ ਬੈਠਾ ਹੈ, ਤੇ ਪਰਮੇਸ਼ਰ ਦਾ ਹੈ ਬਾਲੀ ਕਰਾਮਾਤ ਹੈ, ਗਰੀਬ ਨਵਾਜ ਦੇ ਪਾਸ ਹੈ। ਤੋ ਅਕਾਲ ਪੁਰਖ ਜਦੋਂ ਅੱਲਾ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਤੇ ਫਿਰ ਉਹ ਕਰਾਮਾਤ ਸਾਰੇ ਤਰ੍ਹਾਂ ਦੀ ਹਿਰਦੇ ਵਿੱਚ ਆਣ ਵਸਦੀ ਹੈ। ਫੁਰਨੋ ਹੋਏ ਨ ਕਹਾਂ ਲਗਾਵੈ। ਪਰ ਉਹਨਾਂ ਕਰਾਮਾਤ ਲਾਉਣੀ ਕਿੱਥੇ ਹੈ? ਕਰਾਮਾਤ ਲਾਉਣ ਕਿੱਥੇ ਜਦੋਂ ਫੁਰਨਾ ਹੀ ਕੋਈ ਨਹੀਂ। ਕਰਾਮਾਤ ਤਾਂ ਲਾਉਣ ਨਾ ਜੇ ਮਨ 'ਚ ਆਸਾ ਹੋਵੇ ਵੀ ਆਹ ਕੰਮ ਨਹੀਂ ਮੇਰਾ ਹੁੰਦਾ, ਮੈਂ ਕਰਾਮਾਤ ਨਾਲ ਕਰ ਲਾਂ। ਕਰਾਮਾਤ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਸ਼ਕਤੀ ਵਿਖਾਉਣ ਦੀ, ਕਿਉਂਕਿ ਉਹਨਾਂ ਦਾ ਮਨ ਦਾ ਫੁਰਨਾ ਹੀ ਨਾਸ਼ ਹੋ ਜਾਂਦਾ। ਜਦੋਂ ਮਨ ਨੇ ਕੋਈ ਫੁਰਨਾ ਹੀ ਨਹੀਂ ਉਠਾਉਣਾ, ਫਿਰ ਕਰਾਮਾਤ ਉਹਨਾਂ ਕਿੱਥੇ ਵਰਤੋਂ ਕਰਨੀ ਹੈ। ਤਿਨ ਅੰਤਰ ਬਲ ਵੱਡ ਹੋਏ ਜਾਵੈ। ਤੇ ਪਰ ਉਹਨਾਂ ਦੇ ਅੰਦਰਲਾ ਜਿਹੜਾ ਬਲ ਹੈ ਨਾ ਕਰਾਮਾਤ ਦਾ, ਬਹੁਤ ਵੱਡਾ ਹੋ ਜਾਂਦਾ, ਬੜਾ ਭਾਰੀ ਹੋ ਜਾਂਦਾ ਹੈ। ਫੁਕ ਮਾਰ ਬ੍ਰਹਮੰਡ ਉਡਾਵੈ। ਜੇ ਉਹ ਚਾਹਣ ਇੰਨੀ ਕੁ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ, ਜੇ ਚਾਹਣ ਨਾ ਤੇ ਫੂਕ ਮਾਰ ਕੇ ਬ੍ਰਹਮੰਡਾਂ ਦੇ ਬ੍ਰਹਮੰਡ ਉਡਾ ਸਕਦੇ ਹਨ। ਸਸ ਸੂਰਜ ਕੇ ਡਕਰੇ ਕਰੈ। ਚੰਦਰਮਾ ਸੂਰਜ ਦੇ ਟੋਟੇ ਕਰ ਸਕਦੇ ਹੱਥ ਵਿੱਚ ਪਕੜ ਕਰਕੇ। ਤਾਰੇ ਤੋਰ ਤੁਰਤ ਕਰ ਤਰੇ। ਤੇ ਜਿਹੜੇ ਤਾਰੇ ਤੋੜ ਕੇ ਤੇ ਹੱਥਾਂ ਤੇ ਰੱਖ ਸਕਦੇ ਜਾਂ ਪੈਰਾਂ ਥੱਲੇ ਰੱਖ ਸਕਦੇ ਹਨ। ਸੋ ਪਰੰਤ ਨਿਜ ਬਤਰ ਨਿਭਾਏ। ਬ੍ਰਤ ਨਿਭਾਏ, ਪਰ ਉਹ ਸਾਧੂ ਹੈ ਨਾ, ਉਹ ਆਪਦਾ ਬਰਤ ਨੇਮ ਨਿਭਾਉਂਦੇ ਹੈ, ਵੀ ਮਨ ਸਾਧਿਆ ਹੋਇਆ ਫੁਰਨਾ ਕੋਈ ਉੱਠਦਾ ਨਹੀਂ। ਕਰਾਮਾਤ ਹੁੰਦਿਆਂ ਹੋਇਆਂ ਵੀ ਕਰਾਮਾਤ ਨਹੀਂ ਵਿਖਾਉਂਦੇ, ਕਿਉਂਕਿ ਮਨ ਦੇ ਫੁਰਨੇ ਨਾਸ਼ ਹੈ। ਕਰਾਮਾਤ ਵਿਖਾਉਣ ਦਾ ਵੀ ਫੁਰਨਾ ਨਹੀਂ ਉਹਨਾਂ ਦੇ ਮਨ ਵਿੱਚ ਆਉਂਦਾ ਹੈ। ਪ੍ਰਥਮ ਜੋ ਫੁਰਨਾ ਦਇਓ ਮਿਟਾਏ। ਕਿਉਂਕਿ ਪਹਿਲਾਂ ਹੀ ਉਹਨਾਂ ਨੇ ਜਿਹੜੇ ਫੁਰਨੇ ਸੀ ਉਹ ਸਾਰੇ ਮਿਟਾ ਦਿੱਤੇ ਹੁੰਦੇ ਆ, ਨਾਸ਼ ਕਰ ਦਿੱਤੇ ਹੁੰਦੇ ਆ। ਫੁਰਨਾ ਉਠਹਿ ਹਿਰਦੇ ਮਹਿ ਜਬੈ। ਤੇ ਜੇ ਕਿਤੇ ਮਨ ਵਿੱਚ ਫੁਰਨਾ ਕਿਤੇ ਉੱਠ ਵੀ ਪੈਂਦਾ ਹੈ, ਜਾਂ ਕਹੋ ਜਦੋਂ ਮਨ ਵਿੱਚ ਕੋਈ ਫੁਰਨਾ ਉੱਠਦਾ ਹੁੰਦਾ ਕਿਸੇ ਦੇ, ਆਸਪਦ ਤੇ ਉਥਾਨ ਹੋਏ ਤਬੈ। ਤੇ ਉਦੋਂ ਹੀ ਬੰਦਾ ਆਸਪਦ ਨਾਮ ਬ੍ਰਹਮ ਦਾ, ਬ੍ਰਹਮ ਪਦਵੀ ਤੋਂ ਉਥਾਨ ਹੁੰਦਾ ਹੈ ਨਾ। ਜੇ ਬਿਰਤੀ ਬ੍ਰਹਮ 'ਚ ਟਿਕੀ ਹੈ, ਜਦੋਂ ਮਨ 'ਚ ਕੋਈ ਫੁਰਨਾ ਆਉਂਦਾ, ਉਦੋਂ ਬਿਰਤੀ ਬ੍ਰਹਮ ਤੋਂ ਹਟਦੀ ਹੈ। ਉਹਨਾਂ ਸਮਾਂ ਬਿਰਤੀ ਬ੍ਰਹਮ ਵਿੱਚ ਰਹਿੰਦੀ ਹੁੰਦੀ ਹੈ। ਨਿਜ ਫੁਰਨੇ ਪਰ ਥਿਰਤਾ ਧਾਰ। ਤੇ ਉਹਨਾਂ ਸਾਧੂਆਂ ਦੀ ਬਿਰਤੀ ਬ੍ਰਹਮ ਤੋਂ ਪਿੱਛੇ ਨਹੀਂ ਹਟਦੀ। ਤੇ ਫੁਰਨਾ ਉਹਨਾਂ ਨੂੰ ਕਦੋਂ ਆਉਣਾ? ਫੁਰਨਾ ਤਦੋਂ ਆਉਂਦਾ ਹੈ ਜਦੋਂ ਬਿਰਤੀ ਬ੍ਰਹਮ ਤੋਂ ਉੱਠਦੀ ਹੈ ਜੀਵ ਦੀ, ਪਰ ਉਹ ਸਾਧੂਆਂ ਦੀ ਬਿਰਤੀ ਸਦਾ ਹੀ ਬ੍ਰਹਮ ਵਿੱਚ ਲੀਨ ਰਹਿੰਦੀ ਹੈ। ਜਿਸ ਕਰਕੇ ਬਿਰਤੀ ਬ੍ਰਹਮ ਵਿੱਚ ਲੀਨ ਹੋਣ ਕਰਕੇ ਕੋਈ ਵੀ ਫੁਰਨਾ ਨਹੀਂ ਆਉਂਦਾ ਹੈ। ਤੇ ਜੇ ਫੁਰਨਾ ਆਉਂਦਾ, ਫੁਰਨੇ ਨੂੰ ਟਿਕਾ ਕੇ ਰੱਖਦੇ ਆ, ਮਨ ਨੂੰ ਇੱਦਾਂ ਟਿਕਾਉਂਦੇ ਵੀ ਕੋਈ ਫੁਰਨਾ ਨਾ ਧਾਰੇ ਸਾਡਾ ਮਨ। ਹੋਏ ਸੁਚੇਤ ਰਹਿ ਚੌਂਕੀਦਾਰ। ਸੁਚੇਤ ਹੋ ਕੇ ਰਹਿੰਦੇ, ਜਿਵੇਂ ਚੌਂਕੀਦਾਰ ਰਹਿੰਦਾ ਨਾ ਪਹਿਰੇ ਤੇ, ਇਸ ਤਰ੍ਹਾਂ ਇਹ ਬਾਦਸ਼ਾਹ ਜਿਹੜੇ ਸੰਤ ਲੋਕ ਆ ਉਹ ਚੌਂਕੀਦਾਰ ਆ ਕਰਦੇ ਆ ਆਪਦੇ ਮਨ ਦਾ, ਵੀ ਇਹਨੂੰ ਫੁਰਨਾ ਨਹੀਂ ਕੋਈ ਉਠਾਉਣ ਦੇਣਾ। ਜਦੋਂ ਹੀ ਫੁਰਨਾ ਉਠਾਉਂਦਾ ਹੈ
ਉਦੋਂ ਹੀ ਨਾਮ ਬੰਦਗੀ ਦੇ ਬਲ ਨਾਲ ਮਾਰ ਦਿੰਦੇ ਆ। ਮਤ ਫੁਰਨਾ ਕਬ ਉਠੈ ਹਮਾਰੋ, ਵੀ ਸਾਡੇ ਮਨ ਵਿੱਚ ਮਤਾਂ ਕਿਤੇ ਕੋਈ ਫੁਰਨਾ ਉੱਠ ਪਵੇ ਕਦੇ। ਉਠਨ ਨਾ ਦੇਤ ਰਹਿ ਮਨ ਮਾਰੋ, ਮਨ ਨੂੰ ਮਾਰ ਕੇ ਰੱਖਦੇ, ਨਾਮ ਨਾਲ ਝਿੜਕ ਕੇ ਰੱਖਦੇ ਆ ਵੀ ਕਦੇ ਵੀ ਇਹ ਫੁਰਨਾ ਨਾ ਉਠਾਵੇ। ਜੇ ਉੱਠਦਾ ਹੈ ਤੇ ਨਾਮ ਬੰਦਗੀ ਦੇ ਬਲ ਨਾਲ ਨਾਸ਼ ਕਰ ਦਿੰਦੇ ਆ। ਪਾਏ ਅਵਸਥਾ ਮਿਰਤਕ ਤੇ ਉਹਨਾਂ ਦੀ ਅਵਸਥਾ ਮ੍ਰਿਤਕ ਮੌਤ ਮੁਰਦੇ ਵਰਗੀ ਹੋਈ ਹੁੰਦੀ ਹੈ। ਇਹੋ ਜਿਹੀ ਅਵਸਥਾ ਪਾ ਲੈਂਦੇ ਜਿਵੇਂ ਕੋਈ ਮਰਿਆ ਹੁੰਦਾ ਹੈ। ਮਗਨ ਰਹਿ ਨਿਤ ਬ੍ਰਹਮਾਨੰਦ, ਤੇ ਮਗਨ ਰਹਿੰਦੇ ਆ ਜਿਵੇਂ ਮੁਰਦਾ ਹੁੰਦਾ ਹੈ, ਲੀਨ, ਕੋਈ ਪਤਾ ਨਹੀਂ ਸਰੀਰ ਸੁੱਧ ਕਿੱਥੇ ਹੈ। ਇਸ ਤਰ੍ਹਾਂ ਬ੍ਰਹਮ ਆਨੰਦ ਵਿੱਚ, ਪਰਮੇਸ਼ਰ ਦੇ ਅਕਾਲ ਪੁਰਖ ਅੱਲਾਹ ਦੇ ਨਾਮ ਰਸ ਆਨੰਦ ਦੇ ਵਿੱਚ ਸਦਾ ਸਾਧੂ ਜਿਹੜੇ ਆ ਉਹ ਮਗਨ ਰਹਿੰਦੇ ਹਨ। ਜਿਮ ਸ਼੍ਰੀ ਰਾਮਦਾਸ ਕੇ ਨੰਦਨ, ਫਿਰ ਇਹਨੇ ਪੁੱਛਿਆ ਸੀ ਬਾਦਸ਼ਾਹ ਜਹਾਂਗੀਰ ਨੇ ਵੀ ਮਹਾਰਾਜ ਸਾਈਂ ਮੀਆਂ ਮੀਰ ਜੀ ਬੜੇ ਔਖੇ ਲੱਛਣ ਦੱਸੇ ਸੰਤਾਂ ਦੇ, ਕੋਈ ਇਹੋ ਜਿਹਾ ਸੰਤ ਤੁਸੀਂ ਅੱਜ ਤੱਕ ਵੇਖਿਆ ਜਿਹੋ ਜਿਹਾ ਤੁਸੀਂ ਦੱਸਦੇ ਹੋ? ਤੋ ਸਾਈਂ ਮੀਆਂ ਮੀਰ ਜੀ ਕਹਿੰਦੇ ਹਾਂ ਬਾਦਸ਼ਾਹ ਮੈਂ ਵੇਖਿਆ ਇਹੋ ਜਿਹਾ ਸੰਤ। ਕਹਿੰਦਾ ਜੀ ਕੌਣ ਹੋਇਆ ਇਹੋ ਜਿਹਾ ਸੰਤ? ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ, ਉਹ ਇਹੋ ਜਿਹੇ ਪੂਰੇ ਸੰਤ ਹੋਏ ਹਨ। ਸ਼੍ਰੀ ਅਰਜਨ ਦੁਖ ਦੋਖ ਨਿਕੰਦਨ, ਜਿਨ੍ਹਾਂ ਦਾ ਨਾਮ ਧੰਨ ਗੁਰੂ ਅਰਜਨ ਦੇਵ ਹੈ ਸੀ, ਉਹ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਵੀ ਸੰਤ ਇਹੋ ਜਿਹਾ ਮੈਂ ਵੇਖਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹੋ ਜਿਹੇ ਸੰਤ ਸਨਗੇ, ਸਾਰੇ ਦੁੱਖਾਂ ਔਗਣਾਂ ਨੂੰ ਕੱਟ ਦੇਣ ਵਾਲੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਤੇ ਤਨ ਦੀ ਮੈਲ ਕੱਟੀ ਜਾਂਦੀ ਸੀ। ਲਵਪੁਰ ਮੈਂ ਜਬ ਕੈਦ ਪਰੀ ਹੈ, ਉਹ ਬਾਦਸ਼ਾਹ ਕਹਿੰਦਾ ਜੀ ਤੁਸੀਂ ਕਦੋਂ ਵੇਖਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ? ਤੋ ਇਹ ਸਾਈਂ ਜੀ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਚੰਦੂ ਦੀ ਹਵੇਲੀ ਵਿੱਚ ਕੈਦ ਕੀਤੇ ਸੀ ਤੁਸਾਂ ਨੇ, ਨਰ ਦੁਸ਼ਟਨ ਬਹੁ ਤੰਗ ਕਰੇ ਹੈ, ਤੇ ਅਸੀਂ ਵੇਖਿਆ ਦੁਸ਼ਟ ਲੋਕਾਂ ਨੇ ਬੜਾ ਤੰਗ ਕੀਤਾ ਗੁਰੂ ਅਰਜਨ ਦੇਵ ਸਾਹਿਬ ਨੂੰ। ਹੁਣ ਇਹ ਸਾਈਂ ਮੀਆਂ ਮੀਰ ਸਾਧ ਸੰਗਤ ਜੀ ਬੇਖੌਫ ਸਾਧੂ ਸੀ, ਇਹ ਨਹੀਂ ਸੀ ਪ੍ਰਵਾਹ ਕਰਦਾ, ਕਿਉਂਕਿ ਸਾਧ ਕੌਣ ਹੈ? ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਣ। ਇਹੋ ਜਿਹੇ ਜਿਹੜੇ ਸਾਧੂ ਹੁੰਦੇ ਆ ਤੋ ਸਾਧ ਆ ਸਮਰੱਧ ਵਰਗੇ ਹੋਏ ਖਾਲਸਾ ਜੀ ਦਿੱਲੀ ਅੰਦਰ, ਤੇ ਬਾਦਸ਼ਾਹ ਔਰੰਗਜ਼ੇਬ ਵਰਗੇ ਹਾਥੀ ਤੇ ਚੜ੍ਹੇ ਜਾਣ ਤੇ ਇਹ ਨਗਨ ਰਹਿੰਦਾ ਹੁੰਦਾ ਸੀ ਸਾਧੂ ਸਮਰੱਧ ਫਕੀਰ, ਦਿੱਲੀ ਦੀਆਂ ਗਲੀਆਂ 'ਚ ਤੁਰਿਆ ਫਿਰੇ। ਤੇ ਬਾਦਸ਼ਾਹ ਨੇ ਆਖਿਆ ਵੀ ਇਹ ਕਿਹੋ ਜਿਹਾ ਮੇਰੇ ਰਾਜ ਵਿੱਚ ਕਿਸ ਤਰ੍ਹਾਂ ਰਹਿੰਦਾ ਨਗਨ ਅਵਸਥਾ ਵਿੱਚ। ਤੇ ਬੜਾ ਕੀਮਤੀ ਜਿਹਾ ਦੁਸ਼ਾਲਾ ਲਾ ਕੇ ਨਾ ਬਾਦਸ਼ਾਹ ਨੇ ਹਾਥੀ ਤੋਂ ਚੜ੍ਹੇ ਚੜਾਏ ਨੇ ਤੇ ਐਂ ਸੁੱਟ ਦਿੱਤਾ ਇਹਦੇ ਹੱਲ, ਕਹਿੰਦੇ ਆ ਲਪੇਟ ਕੇ ਰੱਖ ਆਪਦਾ ਤਨ। ਉਹ ਅੱਗੇ ਚਲੇ ਗਿਆ ਬਾਦਸ਼ਾਹ, ਕੁਝ ਸਮੇਂ ਬਾਅਦ ਫਿਰ ਉੱਥੋਂ ਮੁੜਿਆ ਤੇ ਉਹ ਦੁਸ਼ਾਲਾ ਜਿਹਾ ਉਹਦਾ ਸਿਰ ਤੇ ਬੰਨੀ ਫਿਰੇ। ਉਹ ਬਾਦਸ਼ਾਹ ਨੇ ਬੜਾ ਇਤਰਾਜ਼ ਜਿਹਾ ਕੀਤਾ ਵੀ ਮੇਰਾ ਹੁਕਮ ਨਹੀਂ ਮੰਨਿਆ। ਉਹ ਕਹਿੰਦਾ ਸਮਰੱਧ ਨੂੰ ਆਖਿਆ, ਬਾਦਸ਼ਾਹ ਔਰੰਗਾ ਕਹਿੰਦਾ ਵੀ ਕੀ ਗੱਲ ਹੈ, ਹੁਕਮ ਨਹੀਂ ਮੰਨ ਹੁੰਦਾ ਤੇ ਇੱਥੋਂ ਤਨ ਢੱਕ ਕੇ ਰੱਖ। ਸਮਰੱਧ ਫਕੀਰ ਕਹਿੰਦਾ ਬਾਦਸ਼ਾਹ ਜਿਹੜੇ ਤੇਰੇ ਵਰਗੇ ਪਾਪੀ ਹੁੰਦੇ ਆ ਉਹ ਕੱਪੜਿਆਂ 'ਚ ਵੀ ਨੰਗੇ ਆ ਤੇ ਸਾਡੇ ਵਰਗੇ ਨੰਗੇ ਵੀ ਕੱਜੇ ਹੋਏ ਆ। ਗੁਰੂ ਅਰਜਨ ਦੇਵ ਮਹਾਰਾਜ ਦਾ ਮੇਰਾ ਖਿਆਲ ਇੱਕ ਬਚਨ ਵੀ ਆਉਂਦਾ ਗੁਰਬਾਣੀ ਅੰਦਰ, ਮਹਾਰਾਜ ਕਹਿੰਦੇ ਭਗਤ ਜਨਾਂ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ। ਕਹਿੰਦੇ ਜਿਹੜੇ ਸਾਕਤ ਲੋਕ ਹੈ, ਪਾਮਰ ਪੁਰਖ ਹੈ, ਨਾਮ ਤੋਂ ਹੀਣੇ ਹੈ, ਉਹ ਜਿੰਨੇ ਮਰਜ਼ੀ ਬਸਤਰ ਪਾ ਰੱਖਣ ਉਹ ਤਾਂ ਵੀ ਨੰਗੇ ਹੀ ਰਹਿੰਦੇ ਆ, ਕਿਉਂਕਿ ਨੰਗਾ ਉਗਣਾ ਕਰਕੇ ਹੁੰਦਾ ਕੋਈ। ਤੇ ਮਹਾਰਾਜ ਕਹਿੰਦੇ ਭਗਤ ਜਨਾਂ ਕਾ ਲੂਗਰਾ, ਭਗਤਾਂ ਕੋਲ ਇਹੋ ਜਿਹਾ ਹੈ ਬਸਤਰ ਓੜ ਨਗਨ ਨਾ ਹੋਈ, ਨਾਮ ਦਾ ਬਸਤਰ ਇਹੋ ਜਿਹਾ ਜਿਹੜਾ ਲੋਕ ਵਿੱਚ ਵੀ ਨੰਗਿਆ ਨਹੀਂ ਹੋਣ ਦਿੰਦਾ ਤੇ ਪਰਲੋਕ 'ਚ ਵੀ ਨੰਗਿਆ ਨਹੀਂ ਹੋਣ ਦਿੰਦਾ। ਇਹਨੇ ਉਹ ਸ਼ਹੀਦ ਕਰਵਾ ਦਿੱਤਾ ਸੀ, ਖਲ ਲਵਾ ਦਿੱਤੀ ਸੀ ਬਾਦਸ਼ਾਹ ਔਰੰਗੇ ਨੇ ਉਸ ਫਕੀਰ ਸਮਰੱਧ ਦੀ। ਤੋ ਇਹ ਹੁਣ ਸਾਧੂ ਬੇਪਰਵਾਹ ਹੈ। ਸਾਈਂ ਮੀਆਂ ਮੀਰ ਨੇ ਸਿੱਧਾ ਹੀ ਕਹਿ ਦਿੱਤਾ, ਬਾਦਸ਼ਾਹ ਜਦੋਂ ਮੈਂ ਮਿਲਿਆ ਸੀ ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਤੇ ਦੁਸ਼ਟਾਂ ਪਾਪੀ ਮਹਾਰਾਜ ਨੂੰ ਬੜੇ ਤਸੀਹੇ ਦੇ ਰਹੇ ਸਨ, ਬੜਾ ਮਹਾਰਾਜ ਨੂੰ ਤੰਗ ਕੀਤਾ ਜਾ ਰਿਹਾ ਸੀ। ਲੱਖ ਦਰਬ ਦੇਹੁ ਸੁਪਤਨ ਦੇਵੈ, ਕਹਿੰਦੇ ਸੀ ਸੌਣ ਦੇਵਾਂਗੇ ਤੁਹਾਨੂੰ, ਪਹਿਲਾਂ ਲੱਖ ਰੁਪਈਆ ਦੇ ਜੇ ਤੁਸਾਂ ਨੇ ਕੁਝ ਪਲ ਵਾਸਤੇ ਸੌਣਾ ਹੈ। ਪਾਨ ਕਰਹੁ ਤੋ ਪੀ ਲਖ ਲੇਵੈ, ਜੇ ਪਾਣੀ ਮੰਗੋਗੇ ਪਾਣੀ ਪੀਣਾ ਤੇ ਤਾਂ ਵੀ ਤੁਹਾਥੋਂ ਲੱਖ ਰੁਪਈਆ ਲਵਾਂਗੇ। ਸੁਨ ਗੁਰ ਕਹਿਓ ਨਾ ਖਾਏ ਨਾ ਪੀਵੈ, ਤੇ ਮੈਂ ਆਪਦੇ ਕੰਨੀ ਸੁਣਿਆ, ਕਿਉਂਕਿ ਉੱਥੇ ਸੀ ਸਾਈਂ ਮੀਆਂ ਮੀਰ ਜਿੰਨੀ ਦਿਨੀ ਮਹਾਰਾਜ ਲਾਹੌਰ 'ਚ ਸ਼ਹੀਦ ਕੀਤੇ ਜਾਂਦੇ ਆ। ਕਹਿੰਦਾ ਬਾਦਸ਼ਾਹ ਮੈਂ ਕੰਨੀ ਸੁਣਿਆ ਮਹਾਰਾਜ ਕਹਿੰਦੇ ਨਾ ਕੋਈ ਮਾਇਆ ਨਹੀਂ ਦੇਣੀ ਸੰਗਤ ਦੀ, ਮਾਇਆ ਵਿੱਚੋਂ ਚਲੋ ਅਸੀਂ ਨਹੀਂ ਖਾਂਦੇ, ਨਾ ਸਵਾਂਗੇ ਤੇ ਨਾ ਪੀਵਾਂਗੇ ਨਾ ਖਾਵਾਂਗੇ। ਨਹਿ ਸੁਪਤ ਹੈ ਇੱਕ ਥਲ ਥਿਰ ਕਹਿਓ, ਤੇ ਮੈਂ
ਵੇਖਿਆ ਹੈ, ਮਹਾਰਾਜ ਦਾ ਬਚਨ ਕਿਹਾ ਹੋਇਆ ਉਹਨਾਂ ਪੂਰਾ ਕੀਤਾ। ਇੱਕ ਥਾਂ ਤੇ ਚੌਂਕੜਾ ਲਾ ਕੇ ਬੈਠੇ ਰਹੇ ਸੀ ਪੰਜੇ ਦਿਨੀ, ਤੇ ਮਹਾਰਾਜ ਨੇ ਨਾ ਕੁਝ ਛਕਿਆ ਤੇ ਨਾ ਕੁਝ ਪੀਤਾ ਹੈ ਸੀ। ਜੇ ਅਬ ਹੋਵੈ ਹੁਕਮ ਹਜੂਰ, ਤੇ ਜੇ ਹੁਣ ਹੁਕਮ ਹੋ ਜਾਵੇਗਾ ਮਹਾਰਾਜ ਦੇ ਬਚਨ ਸਨ, ਲਵਪੁਰ ਦਿੱਲੀ ਕਰ ਦਇਓ ਚੂਰ। ਤੇ ਇਸ ਤਰ੍ਹਾਂ ਨਹੀਂ ਤੂੰ ਛੱਡ ਗਿਆ। ਦੁਬਾਰਾ ਪੜ੍ਹ। ਉਤੇ ਸੰਗ ਸਿੱਖ ਪਿਖ ਦੁਖ ਨਹੀਂ, ਧਿਆਨ ਦਿਆ ਕਰ। ਤੋ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਨਹੀਂ ਅਸੀਂ ਕੁਝ ਨਾ ਛਕਾਂਗੇ, ਨਾ ਖਾਵਾਂ ਪੀਵਾਂਗੇ ਤੇ ਨਾ ਬਰਾਜਾਂਗੇ। ਫਿਰ ਉਸ ਸਮੇਂ ਹੁਤੇ ਸੰਗ ਸਿੱਖ ਪਿਖ ਦੁੱਖ ਲਹੇ। ਉਹ ਨਾਲ ਸਿੱਖ ਸੀ ਨਾ ਜਿਹੜੇ ਮਹਾਰਾਜ ਦੇ, ਇਹ ਬਾਦਸ਼ਾਹ 5 ਸਿੱਖ ਆਏ ਸੀ ਜਿਹੜੇ, ਉਹਨਾਂ ਸਿੱਖਾਂ ਨੇ ਮਹਾਰਾਜ ਦੀ ਇਹ ਹਾਲਤ ਵੇਖ ਕੇ ਬੜਾ ਦੁੱਖ ਮਨਾਇਆ ਸੀ। ਜੇਠੇ ਅਪਰ ਪਿਰਾਣੇ ਕਹਿਓ, ਤੇ ਭਾਈ ਜੇਠਾ ਤੇ ਪ੍ਰਾਣਾ ਵਰਗਿਆਂ ਨੇ ਫਿਰ ਮਹਾਰਾਜ ਨੂੰ ਹੱਥ ਜੋੜ ਕੇ ਮੇਰੇ ਸਾਹਮਣੇ ਇਹ ਬੇਨਤੀ ਵੀ ਕੀਤੀ ਸੀ। ਜੇ ਅਬ ਹੋਵੈ ਹੁਕਮ ਹਜੂਰ, ਇਹ ਹਜੂਰ ਗੁਰੂ ਅਰਜਨ ਦੇਵ ਜੀ, ਜੇ ਆਪ ਜੀ ਦਾ ਸਾਨੂੰ ਹੁਕਮ ਹੋਵੇ, ਆਗਿਆ ਹੋਵੇ ਤਾਂ ਲਵਪੁਰ ਦਿੱਲੀ ਕਰ ਦਇਓ ਚੂਰ। ਅਸੀਂ ਲਾਹੌਰ ਤੇ ਦਿੱਲੀ ਦੀ ਤਾੜੀ ਵਜਾ ਦਈਏ, ਮਹਾਰਾਜ ਚੂਰੋ ਚੂਰ ਕਰਕੇ ਰੱਖ ਦੇਵਾਂਗੇ। ਇਹ ਕਿਆ ਵਸਤ ਅਵਗਿਆ ਕਰੈ, ਇਹ ਕੌਣ ਹੁੰਦੇ ਆ ਮਹਾਰਾਜ? ਤੁਹਾਡੀ ਆਗਿਆ ਕਰਨ ਵਾਲੇ। ਜੇ ਕਹੋ ਤੇ ਮਹਾਰਾਜ ਤਾੜੀ ਵਜਾ ਕਰਕੇ ਦਿੱਲੀ ਤੇ ਲਾਹੌਰ ਚੂਰੋ ਚੂਰ ਕਰ ਦਿਆਂਗੇ। ਕਰਹੁ ਨਾਸ਼ ਨਹਿ ਥਿਰਤਾ ਧਰੈ, ਇਹ ਨਹੀਂ ਟਿਕੇ ਰਹਿਣਗੇ ਮਹਾਰਾਜ, ਆਪ ਹੁਕਮ ਕਰੋ, ਅਸੀਂ ਸਭ ਕੁਝ ਤਹਿਸ ਨਹਿਸ ਕਰ ਦੇਵਾਂਗੇ ਕਰਾਮਾਤ ਨਾਲ। ਕਹਿਓ ਗੁਰੂ ਤੁਮ ਕਿਤ ਤੇ ਪਾਈ, ਤੇ ਇਹ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਸੀ, ਭਾਈ ਜੇਠੇ ਪੁਰਾਣੇ ਨੂੰ ਵੀ ਦੱਸੋ ਭਲਾ ਤੁਸੀਂ ਇਹ ਸ਼ਕਤੀ ਕਿਹਦੇ ਤੋਂ ਲਈ ਹੈ, ਇੰਨੀ ਕਰਾਮਾਤ ਕਿੱਥੋਂ ਪ੍ਰਾਪਤ ਕੀਤੀ ਹੈ? ਪ੍ਰਭੂ ਲੀਨੀ ਤੁਮ ਸੇਵਕ ਮਾਈ, ਕਹਿੰਦੇ ਜੀ ਅਸੀਂ ਪਰਮੇਸ਼ਰ ਤੋਂ, ਤੁਹਾਡੇ ਤੋਂ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਲਈ ਹੈ ਨਾ, ਸਾਡੇ ਤੋਂ ਲਈ ਹੈ ਨਾ, ਸੇਵਾ ਕਮਾ ਕਰਕੇ ਕਰ ਕਰਕੇ। ਕਰਤ ਸੇਵ ਲੀਨ ਸਜਿਸ ਪਾਹੀ, ਤੇ ਜਿਹਦੇ ਤੋਂ ਸੇਵਾ ਕਰਕੇ ਤੁਸਾਂ ਨੇ ਇੰਨੀ ਸ਼ਕਤੀ ਪ੍ਰਾਪਤ ਕੀਤੀ ਹੈ। ਤਿਨ ਮਹਿ ਸ਼ਕਤ ਅਹੈ ਕਹਿ ਨਾਹੀ, ਤੇ ਫਿਰ ਇਹਦਾ ਮਤਲਬ ਕਿ ਸਾਡੇ ਵਿੱਚ ਸ਼ਕਤੀ ਨਹੀਂ ਹੈ, ਸਾਡੇ ਵਿੱਚ ਕੋਈ ਬਲ ਨਹੀਂ ਜਿਹੜਾ ਤੁਹਾਨੂੰ ਸ਼ਕਤੀ ਵਿਖਾਉਣੀ ਪੈ ਰਹੀ ਹੈ, ਤੁਹਾਨੂੰ ਲੋੜ ਪੈ ਰਹੀ। ਜਦੋਂ ਅਸੀਂ ਸ਼ਾਂਤ ਬੈਠੇ ਹਾਂ ਤੇ ਤੁਸੀਂ ਕਿਉਂ ਐਵੇਂ ਆਪਦਾ ਬਲ ਵਿਖਾਉਂਦੇ ਹੋ? ਹੇ ਪ੍ਰਭੂ ਤੁਮ ਮਹਿ ਸ਼ਕਤ ਅਨੰਤ, ਤੇ ਫਿਰ ਆਖਿਆ ਸੀ ਸਿੱਖਾਂ ਵੀ ਹੇ ਪ੍ਰਭੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਤੁਹਾਡੇ ਵਿੱਚ ਅਨੰਤ ਸ਼ਕਤੀਆਂ, ਪਾਤਸ਼ਾਹ ਬੇਅੰਤ ਸ਼ਕਤੀਆਂ ਦੇ ਮਾਲਕ ਪਰਮੇਸ਼ਰ ਹੋ। ਆਦ ਨ ਅੰਤ ਮਹਾ ਭਗਵੰਤ, ਤੁਸੀਂ ਖਟ ਭਗਾ ਸੰਪੰਨ ਮਹਾ ਪਰਮੇਸ਼ਰ ਹੋ, ਨਾ ਤੁਹਾਡਾ ਆਦ ਹੈ ਨਾ ਤੁਹਾਡਾ ਕੋਈ ਅੰਤ ਹੈ। ਹੁਕਮ ਭਇਓ ਕਰ ਪਤੂਸ਼ਣ ਧਰਨੇ, ਫਿਰ ਮਹਾਰਾਜ ਨੇ ਹੁਕਮ ਕੀਤਾ ਸੀ ਤੇ ਜੇਠਾ ਪੁਰਾਣਾ ਜਿਹੜੇ ਕਹਿੰਦੇ ਕਰਾਮਾਤ ਵਿਖਾਉਣੀ, ਇਹ ਚੁੱਪ ਕਰਕੇ ਟਿਕ ਕੇ ਬੈਠ ਗਏ ਸਨ, ਚੁੱਪ ਧਾਰ ਕਰਕੇ। ਕਾਰਨ ਸਭ ਸਰਬ ਆਪ ਹੈ ਕਰਨੇ, ਤੇ ਇਹਨਾਂ ਜਾਣ ਲਿਆ ਵੀ ਗੁਰੂ ਅਰਜਨ ਦੇ ਪਾਤਸ਼ਾਹ ਆਪ ਹੀ ਸਾਰੇ ਕਾਰਨਾਂ ਦੇ ਕਰਨ ਵਾਲੇ ਐ। ਇਹ ਸ਼ਹੀਦੀ ਦਾ ਬਣਾਉਟ ਜਿਹਾ ਵੀ ਮਹਾਰਾਜ ਨੇ ਆਪ ਹੀ ਬਣਾ ਦਿੱਤਾ ਹੈ। ਪੁਨ ਮੈਂ ਸੁਨਿਓ ਸਜਾਇਨ ਦੇਤ, ਫਿਰ ਬਾਦਸ਼ਾਹ ਹੋਰ ਸੁਣ, ਮੈਂ ਖੁਦ ਸੁਣਿਆ ਹੈ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਰਹੀਆਂ, ਵੀ ਰੇਤੇ ਤੇ ਬਿਠਾਲ ਕੇ ਗਰਮ ਰੇਤਾ ਸੀਸ 'ਚ ਪਾਇਆ, ਤਤੀ ਤਵੀ ਤੇ ਬਿਠਾਲਿਆ ਤੇ ਦੇਗੇ ਵਿੱਚ 2 ਪਹਿਰ ਉਬਾਲਿਆ ਜਦੋਂ ਸਤਿਗੁਰਾਂ ਦੇ ਤਾਈਂ। ਮੌਨ ਗੁਰੂ ਸਭ ਹੀ ਸਹਿ ਲੇਤ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨਾ ਕਰਾਮਾਤ ਵਿਖਾਈ ਤੇ ਚੁੱਪਚਾਪ ਆਨੰਦ ਦੇ ਸਹਿਤ ਸਭ ਕੁਝ ਸਹਿਣ ਕਰ ਲਿਆ ਸੀ। ਦਰਸ਼ਨ ਹੇਤ ਗਇਓ ਤਿਨ ਪਾਸ, ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਦਰਸ਼ਨ ਕਰਨ ਵਾਸਤੇ, ਜਿਸ ਸੰਤ ਦੀ ਤੈਨੂੰ ਗੱਲ ਦੱਸਦਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਮੈਂ ਗਿਆ ਸਾਂ। ਬੰਦਨ ਚਰਨ ਕਰੀ ਅਰਦਾਸ, ਅਸੀਂ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕਰਕੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ। ਸ੍ਰੀ ਗੁਰੂ ਅਰਜਨ ਜੀ ਧੰਨ ਧੰਨ, ਵੀ ਮਹਾਰਾਜ ਤੁਸੀਂ ਧੰਨ ਹੋ ਸੱਚੇ ਪਾਤਸ਼ਾਹ ਜੀ, ਇੰਨੇ ਤਸੀਹੇ ਸਹਿ ਲਏ ਸਾਰਾ ਕੁਝ ਹੁੰਦਿਆਂ ਹੋਇਆਂ। ਤੁਮ ਸਭ ਜਗ ਮਹਿ ਪੁਰਖ ਨ ਅੰਨ, ਹੋਰ ਪੁਰਖ ਮਨੁੱਖ ਤੁਹਾਡੇ ਵਰਗਾ ਸੰਸਾਰ ਵਿੱਚ ਨਾ ਹੋਇਆ, ਨਾ ਹੈ, ਨਾ ਅੱਗੇ ਹੋਣਾ। ਕਰਾਮਾਤ ਹੁੰਦਿਆਂ ਹੋਇਆਂ ਵੀ ਆਪ ਜੀ ਇੱਕ ਆਨੰਦ ਨਾਲ ਬੈਠੇ ਹੋ। ਏਕ ਸੂਰਤਾ ਰਾਵਰ ਮਾਹੀ, ਵੀ ਸੂਰਮਾ ਤਾਂ ਤੁਹਾਡੇ 'ਚ ਹੀ ਹੈ। ਸੂਰਮਤਾਈ ਜਿਹੜੀ ਸਾਰਿਆਂ ਤੋਂ ਵੱਡੀ, ਮਹਾਰਾਜ ਸੂਰਮਿਆਂ 'ਚੋਂ ਸੂਰਮੇ ਤੁਸੀਂ ਹੋ।
ਜਾਂ ਸੂਰਤਾ ਕਹੋ ਵੀ ਇੱਕ ਸੁਰਤਾ, ਵੀ ਸੁਰਤ ਇੱਕ ਕਰਕੇ ਪਰਮੇਸ਼ਰ ਵਿੱਚ ਟਿਕਾ ਰੱਖਣੀ, ਇਹ ਗੁਣ ਤੁਹਾਡੇ ਵਿੱਚ ਹੈ। ਅਪਰ ਕਿਸੀ ਮਹਿ ਪਈਅਤ ਨਾਹੀ। ਇਹੋ ਜਿਹੇ ਗੁਣ ਮਹਾਰਾਜ ਤੁਹਾਡੇ ਵਰਗੇ ਹੋਰ ਕਿਸੇ ਦੇ ਅੰਦਰ ਪ੍ਰਾਪਤ ਨਹੀਂ ਹੁੰਦੇ, ਵੇਖੇ ਨਹੀਂ ਜਾਂਦੇ, ਪਾਏ ਨਹੀਂ ਜਾਂਦੇ ਹਨ। ਸਨ ਇਮ ਸ਼ਾਹੋ ਰਿਦਾ ਡਿਗ ਡੋਲਾ। ਡਗ ਡੋਲਾ। ਜਦੋਂ ਮਹਾਰਾਜ ਸਾਈਂ ਮੀਆਂ ਮੀਰ ਜੀ ਨੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਦੀ ਸਿਫਤ ਕੀਤੀ ਨਾ, ਤੇ ਆਖਿਆ ਵੀ ਜ਼ਾਲਮਾਂ ਨੇ ਤਸੀਹੇ ਦੇ ਕੇ ਮਹਾਰਾਜ ਨੂੰ ਸ਼ਹੀਦ ਕੀਤਾ, ਤੇ ਹੁਣ ਬਾਦਸ਼ਾਹ ਦਾ ਵੀ ਹੱਥ ਵਿੱਚ ਪੂਰਾ ਸੀ, ਹੁਕਮ ਇਸੇ ਨੇ ਜਾਰੀ ਕੀਤਾ ਸੀ, ਤੇ ਬਾਦਸ਼ਾਹ ਦਾ ਰਿਦਾ ਕੰਬ ਗਿਆ ਸਾਈਂ ਮੀਆਂ ਮੀਰ ਦੇ ਬਚਨ ਸੁਣ ਕਰਕੇ ਵੀ ਇਹ ਜਿਹਨੂੰ ਮੈਂ ਸ਼ਹੀਦ ਕੀਤਾ ਹੈ ਉਹਦਾ ਸ਼ਰਧਾਲੂ ਉਹ ਵੀ ਹੈ ਜਿਹਦੇ ਮੈਂ ਚਰਨੀ ਡਿੱਗਦਾ। ਵੀ ਐਡਾ ਵੱਡੇ ਗੁਰੂ ਅਰਜਨ ਦੇਵ ਮਹਾਰਾਜ ਦਾ ਰੁਤਬਾ ਹੈ ਵੀ ਸਾਈਂ ਮੀਆਂ ਮੀਰ ਨੂੰ ਸਾਰਾ ਇਸਲਾਮ ਪੂਜਦਾ ਹੈ, ਤੇ ਸਾਈਂ ਮੀਆਂ ਮੀਰ ਗਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੂਜ ਰਿਹਾ ਹੈ। ਜਦੋਂ ਸਾਈਂ ਮੀਆਂ ਮੀਰ ਦੇ ਮੂੰਹੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੋਭਾ ਸੁਣੀ ਤੇ ਬਾਦਸ਼ਾਹ ਦਾ ਦਿਲ ਦਹਿਲ ਗਿਆ ਹੈ, ਬੜਾ ਡਰ ਗਿਆ ਹੈ। ਪੀਰ ਸੰਗ ਕਰ ਜੋਰਤ ਬੋਲਾ। ਤੇ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਬੜਾ ਬਾਦਸ਼ਾਹ ਡਰਦਾ ਹੋਇਆ, ਪੀਰ ਸੰਗ ਕਰ ਜੋਰਤ, ਹੱਥ ਜੋੜ ਲਏ ਬਾਦਸ਼ਾਹ ਨੇ, ਤੇ ਫਿਰ ਸਾਈਂ ਮੀਆਂ ਮੀਰ ਜੀ ਨੂੰ ਕਹਿਣ ਲੱਗਿਆ ਹੈ, ਪੂਰਬ ਹਮਕੋ ਸੁਧ ਨਹਿ ਦਈ। ਕਹਿੰਦੇ ਸਾਈਂ ਜੀ ਤੁਸੀਂ ਪਹਿਲਾਂ ਕਿਉਂ ਨਾ ਸਾਨੂੰ ਦੱਸਿਆ, ਤੁਹਾਨੂੰ ਚਾਹੀਦਾ ਸੀ ਸਾਨੂੰ ਪਹਿਲਾਂ ਇਹ ਸਾਰਾ ਕੁਝ ਆ ਕੇ ਦੱਸ ਦਿੰਦੇ। ਐਸੇ ਮਹਾਂਪੁਰਖ ਸੁਖ ਮਈ। ਵੀ ਗੁਰੂ ਅਰਜਨ ਦੇ ਪਾਤਸ਼ਾਹ ਐਡੇ ਵੱਡੇ ਮਹਾਂਪੁਰਖ ਸਨ, ਐਡਾ ਸੁਖ ਦਾ ਸਰੂਪ ਸਨਗੇ। ਨਹਿ ਮਹਿਮਾ ਕਬ ਕਹੀ ਸੁਨਾਏ। ਤੁਸਾਂ ਕਿਉਂ ਨਹੀਂ ਸਾਡੇ ਕੋਲ, ਨਾ ਕਦੇ ਗੁਰੂ ਅਰਜਨ ਦੇਵ ਸਾਹਿਬ ਦੀ ਬੜੀ ਵਾਰੀ ਮਿਲੇ ਆ, ਮੈਂ ਤੁਹਾਨੂੰ ਦਰਸ਼ਨ ਤੁਹਾਡੇ ਕਰਨ ਆਇਆ, ਤੁਸੀਂ ਕਦੇ ਗੁਰੂ ਪਾਤਸ਼ਾਹ ਮਹਾਰਾਜ ਦੀ ਸੋਭਾ ਨਹੀਂ ਕੀਤੀ, ਨਾ ਸਾਨੂੰ ਕਦੇ ਸੁਣਾਈ ਹੈ ਮਹਾਰਾਜ ਦੀ ਕੋਈ ਬਾਤ। ਗੁਜ਼ਰ ਗਈ ਪਰ ਆਜ ਬਤਾਏ। ਜਦੋਂ ਹੁਣ ਸਾਰਾ ਕੁਝ ਗੁਜ਼ਰ ਗਿਆ, ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਗਏ, ਸਾਡਾ ਵੀ ਨਾਂ ਵਿੱਚ ਆਉਂਦਾ ਹੈ, ਤੇ ਇਹ ਸਾਈਂ ਮੀਆਂ ਮੀਰ ਜੀ ਹੁਣ ਤੁਸੀਂ ਗੁਰੂ ਸਾਹਿਬ ਦੀਆਂ ਸਿਫਤਾਂ ਕਰ ਰਹੇ ਹੋ, ਸਾਨੂੰ ਤੁਸੀਂ ਅੱਜ ਦੱਸਿਆ, ਮਹਾਰਾਜ ਦੀ ਸ਼ਹੀਦੀ ਤੋਂ ਪਹਿਲਾਂ ਕਿਉਂ ਨਾ ਆ ਕੇ ਦੱਸਿਆ ਜੀ। ਕਹਿਓ ਪੀਰ ਤੁਮ ਦੁਨੀਆ ਨਰ ਹੋ। ਤੋਂ ਬਾਅਦ ਹੁਣ ਇਹ ਸਾਈਂ ਮੀਆਂ ਮੀਰ ਬੇਪਰਵਾਹ ਸਾਧੂ ਕਹਿੰਦਾ, ਬਾਦਸ਼ਾਹ ਤੁਸੀਂ ਲੋਕ ਦੁਨਿਆਵੀ ਲੋਕ ਹੋ, ਤੁਹਾਨੂੰ ਕਿਸੇ ਦੀ ਕੀ ਪਰਵਾਹ, ਤੁਸੀਂ ਕੁਰਸੀਆਂ ਦੇ ਲੋਭ ਲਾਲਚ ਦੇ ਭੁੱਖੇ ਮਨੁੱਖ ਹੁੰਦੇ ਹੋ। ਕਿਆ ਮਹਿਮਾ ਲਖ ਧਾਰਤ ਉਰ ਹੋ। ਤੁਹਾਨੂੰ ਕੁਰਸੀਆਂ ਤੋਂ ਤੇ ਰਾਜ ਭਾਗ ਦੇ ਨਸ਼ੇ ਤੋਂ, ਹੰਕਾਰ ਤੋਂ ਵੇਲ ਮਿਲੇ ਤੇ ਤੁਸੀਂ ਸਾਧੂਆਂ ਵਾਲੇ ਪਾਸੇ ਧਿਆਨ ਦਿਓ, ਤੁਹਾਨੂੰ ਕੋਈ ਪਰਵਾਹ ਨਹੀਂ ਹੈ। ਤੁਸੀਂ ਕੀ ਮਹਿਮਾ ਜਾਣੋ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ ਵਰਗੇ ਸਤਪੁਰਖਾਂ ਦੀ ਹਿਰਦੇ ਅੰਦਰ। ਗੁਰ ਮਹਿਮਾ ਹਮ ਪੀ ਨਹਿ ਜਾਣ ਹੈ। ਪਰ ਅਸਲ ਵਿੱਚ ਜੇ ਪੁੱਛੇ ਬਾਦਸ਼ਾਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ ਪਹਿਲਾਂ ਅਸੀਂ ਵੀ ਨਹੀਂ ਜਾਣਦੇ ਸਾਂ, ਤਾਂ ਕੈਸੇ ਤੁਝੇ ਨਿਕਟ ਬਖਨ ਹੈ। ਤੇ ਅਸੀਂ ਭਲਾ ਕਿਵੇਂ ਤੈਨੂੰ ਆ ਕੇ ਦੱਸ ਦੇ, ਅਸੀਂ ਵੀ ਅੰਦਾਜ਼ਾ ਹੀ ਲਾਉਂਦੇ ਸਾਂ ਗੁਰੂ ਅਰਜਨ ਦੇਵ ਸਾਹਿਬ ਬਾਰੇ, ਉਹ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ। ਅਸੀਂ ਵੀ ਸ਼ੰਕਾ ਕਰਦੇ ਹੁੰਦੇ ਸੀ ਵੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕੋਈ ਸਰੀਰ ਵੱਢ ਕੇ ਅੱਗ 'ਚ ਸਾੜ ਸਕਦਾ ਪਰਮੇਸ਼ਰ ਦੀ ਯਾਦ ਅੰਦਰ। ਤੇ ਸਾਨੂੰ ਫਿਰ ਜਦੋਂ ਮਹਾਰਾਜ ਤਵੀ ਤੇ ਬੈਠੇ ਸੀ, ਸਾਨੂੰ ਵੀ ਫੇਰ ਹੀ ਗਿਆਨ ਹੋਇਆ ਵੀ ਇਹ ਤਾਂ ਜੋ ਕਹਿੰਦੇ ਉਹ ਪੂਰਾ ਕਰ ਦਿੰਦੇ ਆ, ਗੁਰਬਾਣੀ ਵਿੱਚ ਜੋ ਲਿਖਿਆ ਨਾ ਕਮਾਇਆ ਤੇ ਆਪਦੇ ਪੂਰਨੇ ਪਾਏ ਹੋਏ ਗਾਂ ਪੜ੍ਹਨ ਵਾਲਿਆਂ ਵਾਸਤੇ। ਬਾਦਸ਼ਾਹ ਸਾਨੂੰ ਵੀ ਪਹਿਲਾਂ ਕੋਈ ਇੰਨਾ ਭਰੋਸਾ ਹੈ ਨਹੀਂ ਸੀ, ਪਰ ਜਦੋਂ ਸਭ ਕੁਝ ਵੇਖਿਆ ਫਿਰ ਪਤਾ ਲੱਗਿਆ, ਤੈਨੂੰ ਅਸੀਂ ਪਹਿਲਾਂ ਕੀ ਦੱਸ ਦਿੰਦੇ। ਕਹਿਓ ਸ਼ਾਹੋ ਹਿੰਦੂ ਤਨ ਸੋਏ। ਫਿਰ ਬਾਦਸ਼ਾਹ ਕਹਿੰਦਾ ਇਹ ਸਾਈਂ ਜੀ, ਫਿਰ ਗੁਰੂ ਅਰਜਨ ਦੇਵ ਮਹਾਰਾਜ ਤਾਂ ਜਿਹੜੇ ਹਿੰਦੂ ਸਰੀਰ ਭਾਵ ਵੀ ਉਹ ਹਿੰਦੂਆਂ ਦੇ ਗੁਰੂ ਅਖਵਾਉਂਦੇ ਸਨ। ਕਹਿਨੀ ਬਣੈ ਨਾ ਮਹਿਮਾ ਜੋਏ। ਤੇ ਆਪਣੇ ਧਰਮ ਵਿੱਚ ਆਖਿਆ ਜਾਂਦਾ ਵੀ ਜਿਹੜੇ ਹਿੰਦੂ ਕਾਫਰ ਹੁੰਦੇ ਆ, ਤੇ ਕਿਸੇ ਵੀ ਮੀਰ ਫਕੀਰ ਜਿਹੜਾ ਕੋਈ ਵੱਡਾ ਕੋਈ ਬਾਦਸ਼ਾਹ ਉਹ ਜਾਂ ਕੋਈ ਸਾਧੂ ਫਕੀਰ ਹੈ ਇਸਲਾਮ ਮਤ ਨੂੰ ਮੰਨਣ ਵਾਲਾ, ਉਹਨੂੰ ਕਾਫਰਾਂ ਦੀ ਸੋਭਾ ਨਹੀਂ ਕਰਨੀ ਚਾਹੀਦੀ। ਤੁਸੀਂ ਕਿਉਂ ਗੁਰੂ ਅਰਜਨ ਦੇਵ ਸਾਹਿਬ ਦੀ ਸੋਭਾ ਕਰਦੇ ਹੋ? ਆਪਣੇ ਤਾਂ ਜਿਹੜਾ ਹੈ ਇਸਲਾਮ ਧਰਮ ਦੇ ਅੰਦਰ ਮਹਿਮਾ ਕਹਿਣੀ ਨਹੀਂ ਬਣਦੀ ਹੈ ਹਿੰਦੂਆਂ ਦੀ ਜਾਂ ਜਿਹੜੇ ਹੋਰ ਧਰਮ ਵਾਲੇ ਹਨ। ਤੁਰਕਨ ਮਤ ਮਹਿ ਦੋਸ਼ ਗਣੰਤੇ। ਜਿਹੜਾ ਇਸ ਤਰ੍ਹਾਂ ਸੋਭਾ ਗਾਉਂਦਾ ਹੈ ਇਹ ਇਹਨਾਂ ਨੂੰ ਕਾਫਰ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੀ, ਤੇ ਤੁਰਕਾਂ ਦੇ ਵਿੱਚ ਬੜਾ ਦੋਸ਼ ਗਿਣਿਆ ਜਾਂਦਾ, ਉਹਨੂੰ ਮਾੜਾ ਮਨੁੱਖ ਗਿਣਿਆ ਜਾਂਦਾ। ਤੁਸੀਂ ਐਡੇ ਪੀਰ ਹੋ ਕੇ ਕਿਉਂ ਗੁਰੂ ਸਾਹਿਬ ਦੀ ਸੋਭਾ ਕਰ ਰਹੇ ਹੋ? ਆਸ ਤਾਰੀਫ ਕਿਉਂ ਆਪ ਕਰੰਤੇ। ਵੀ ਇਹੋ ਜਿਹੀ ਤਾਰੀਫ ਤੁਹਾਨੂੰ ਕੀ ਦੱਸਿਆ ਗੁਰੂ ਅਰਜਨ ਦੇਵ ਸਾਹਿਬ ਵਿੱਚ ਇੰਨੀ ਸੋਭਾ ਦੇ ਪੁਲ ਬੰਨ ਰਹੇ ਹੋ। ਬਹੁਰ ਪੀਰ ਕਹਿ ਸ਼ਾਹੋ ਲਖੀਜੈ। ਤੋ ਇਹ ਸਾਈਂ ਜੀ ਕਹਿੰਦੇ ਆ ਵੀ ਬਾਦਸ਼ਾਹ ਲੈ ਸੁਣਨਾ ਕਰ ਜਰਾ ਧਿਆਨ ਨਾਲ, ਮਹਿਮਾ ਕੋ ਕਾਰਨ ਸੁਨ ਲੀਜੈ। ਅਸੀਂ ਕਿਉਂ ਮਹਾਰਾਜ ਦੀ ਸੋਭਾ ਕਰਦੇ ਆ, ਕਿਉਂ ਗੁਣ ਗਾਉਂਦੇ
ਆਉਂਦੇ ਆ ਉਹਦਾ ਵੀ ਕਾਰਨ ਸੁਣ ਲੈ ਤੂੰ। ਹਮ ਸਭ ਪੀਰ ਜਾਤ ਦਰਗਾਹ। ਅਸੀਂ ਜਿਹੜੇ ਪੀਰ ਹੁੰਦੇ ਆ ਨਾ, ਜਿੰਨੇ ਅੱਲਾ ਨੂੰ ਮੰਨਣ ਵਾਲੇ ਬੰਦਗੀ ਵਾਲੇ ਸਾਧੂ, ਜਿੰਨੇ ਪੀਰ ਫਕੀਰ ਹੁੰਦੇ ਆ, ਜਦੋਂ ਅੰਤਰਮੁਖੀ ਬਿਰਤੀ ਕਰਕੇ ਸਮਾਧੀ 'ਚ ਧਿਆਨ ਟਿਕਾਉਂਦੇ ਹਾਂ ਨਾ, ਤੇ ਅਸੀਂ ਪਰਮੇਸ਼ਰ ਨੂੰ, ਅੱਲਾ ਨੂੰ ਧਿਆਉਂਦੇ ਧਿਆਉਂਦੇ ਜਦੋਂ ਆਪਦੀ ਸੁਰਤ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਲੈ ਕੇ ਜਾਂਦੇ ਆ, ਸਮਾਧੀ ਲਾ ਕੇ ਤੋ ਪੂਰੇ ਇਕਾਗਰ ਸਹਿਤ ਸੁਰਤੀ ਨੂੰ ਜਦੋਂ ਅਸੀਂ ਪਰਮੇਸ਼ਰ ਅੱਲਾ ਦੀ ਦਰਗਾਹ ਤੇ ਲੈ ਕੇ ਜਾਂਦੇ ਹਾਂ, ਸਭ ਕੀ ਬਾਤ ਹੋਤ ਇਨ ਪਾਹ। ਤੇ ਅੱਗੋਂ ਜਿਹੜਾ ਸਾਨੂੰ ਦਰਸ਼ਨ ਦਿੰਦਾ ਉਹ ਗੁਰੂ ਅਰਜਨ ਦੇਵ ਮਹਾਰਾਜ ਹੀ ਹੈ। ਇਹ ਸਾਈਂ ਮੀਆਂ ਮੀਰ ਕਹਿੰਦਾ ਕਿ ਜਿੰਨੇ ਫਕੀਰ ਆ ਦੁਨੀਆ ਦੇ ਬਾਦਸ਼ਾਹ, ਮੇਰੇ ਸਮੇਤ ਜਦੋਂ ਅਸੀਂ ਸਮਾਧੀ ਲਾਉਣੇ ਆ ਨਾ, ਤੇ ਜਦੋਂ ਸਮਾਧੀ ਲਾ ਕੇ ਅਸੀਂ ਸਮਾਧੀ ਨੂੰ ਦਰਗਾਹ ਵਿੱਚ ਜਾਂ ਸੱਚਖੰਡ ਲਿਜਾਨੇ ਆ, ਤੇ ਉਹ ਦਰਗਾਹ ਵਿੱਚੋਂ ਜਿਹਦੇ ਦਰਸ਼ਨ ਹੁੰਦੇ, ਜਿਹੜਾ ਨਿਕਲਦਾ ਸਾਨੂੰ ਦਰਸ਼ਨ ਦੇਣ ਵਾਸਤੇ ਸਾਧੂਆਂ ਨੂੰ, ਉਹ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਰੂਪ ਹੀ ਹੁੰਦਾ। ਇਹੀ ਅੱਲਾ ਹੈ। ਅੰਤਹਿਪੁਰ ਤੇ ਨਿਕਸਹਿ ਬਾਹਰ। ਵੀ ਉਹ ਅੰਤਹਿਪੁਰ ਤੋਂ ਭਾਵ ਅੰਦਰਲੀ ਦਰਗਾਹ ਦੇ ਵਿੱਚ ਤਾਂ ਸਾਨੂੰ ਜਾਣ ਦੀ ਆਗਿਆ ਨਹੀਂ। ਜਦੋਂ ਸੁਰਤੀ ਟਿਕਾ ਕੇ ਅਸੀਂ ਬਾਹਰ ਬੇਨਤੀ ਕਰਦੇ ਹਾਂ ਉਸ ਸੱਚਖੰਡ ਵਿੱਚ ਵੀ ਸਾਨੂੰ ਦਰਸ਼ਨ ਦੇ ਅੱਲਾ, ਅਸੀਂ ਤੇਰਾ ਨਾਮ ਜਪਦੇ ਹਾਂ, ਜਦੋਂ ਦਰਸ਼ਨ ਨੂੰ ਲੋਚਦੇ ਹਾਂ, ਜਿਹੜਾ ਸਰੂਪ ਅੰਦਰੋਂ ਦਰਸ਼ਨ ਦੇਣ ਬਾਹਰ ਆਉਂਦਾ ਹੈ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਹੁੰਦੇ ਹਨ। ਸਭ ਕੋ ਦਰਸ਼ਨ ਦੇ ਕਰ ਜਾਹਰ। ਇਹ ਪ੍ਰਤੱਖ ਗੁਰੂ ਅਰਜਨ ਦੇਵ ਮਹਾਰਾਜ ਹੀ ਸਾਨੂੰ ਦਰਸ਼ਨ ਦਿੰਦੇ ਹਨ ਸਾਰਿਆਂ ਨੂੰ। 300 ਪੀਰਨ ਮੇਲਾ ਹੋਈ। ਤੇ ਜਿੰਨੇ ਨਾਮ ਜਪਣ ਵਾਲੇ ਪੀਰ ਆ, ਉਹਨਾਂ ਸਾਰਿਆਂ ਦਾ ਮਿਲਾਪ ਸੱਚਖੰਡ ਵਿੱਚ ਇਸੇ ਹੀ ਸਰੂਪ ਨਾਲ ਹੁੰਦਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਧਾਰਿਆ ਹੋਇਆ ਹੈ। ਅਪਰ ਕੀਨ ਤਹਿਕੀਕ ਨਾ ਕੋਈ। ਤੇ ਹੋਰ ਜਿਹੜਾ ਮੇਰੇ ਪਾਸ ਤਾਂ ਤੈਨੂੰ ਗੱਲ ਦੱਸਣ ਨੂੰ ਬਾਕੀ ਤਹਿਕੀਕ ਰਹਿ ਹੀ ਨਹੀਂ ਗਈ ਬਾਦਸ਼ਾਹ, ਵੀ ਇਹਨਾਂ ਤੋਂ ਵੱਡਾ ਦੱਸ ਦੇ ਨਿਸ਼ਚਾ ਕਰਕੇ ਹੋਰ ਕੋਈ ਹੋ ਸਕਦਾ। ਆਪਾਂ ਅੱਲਾ ਨੂੰ ਪੂਜਦੇ ਆ ਨਾ ਸਾਰੇ, ਤੇ ਤੂੰ ਤਾਂ ਅੱਲਾ ਵੇਖਿਆ ਨਹੀਂ, ਪਰ ਮੈਂ ਅੱਲਾ ਵੇਖਿਆ ਹੋਇਆ। ਉਹ ਅੱਲਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹੀ ਉਹੀ ਅੱਲਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹੀ ਅੱਲਾ ਰਹੀਮ ਕਰੀਮ ਹਨ। ਸਭ ਜਾਣਤ ਭੇ ਮਿਲ ਤਿਸ ਠਾਰ। ਤੇ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਲੱਗਿਆ, ਤੇ ਅਸੀਂ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੂੰ ਮਿਲਣ ਵਾਸਤੇ ਗਏ ਸਾਂ। ਜਦੋਂ ਸਤਿਗੁਰੂ ਲਾਹੌਰ ਕੈਦ ਸਨ, ਇਹ ਖੁਦਾਈ ਕੈ ਅੰਤਰ ਆਰ। ਤੇ ਅਸੀਂ ਜਿਹੜਾ ਵੈ ਸਭ ਜਾਣਤ ਪੇ ਮਿਲ ਤਿਸ ਠਾਰ, ਤੋਂ ਅਸੀਂ ਇਹ ਵਿਚਾਰਿਆ ਵੀ ਇਹ ਖੁਦਾਏ ਕੈ ਅੰਤਰ ਔਰ। ਜਦੋਂ ਸੱਚਖੰਡ ਵਿੱਚ ਬਿਰਤੀ ਲਿਜਾਨੇ ਦਰਗਾਹ ਵਿੱਚ, ਅਸੀਂ ਸੋਚਿਆ ਵੀ ਅੱਲਾ ਇਹ ਹੈ ਕਿ ਅੰਦਰ ਹੋਰ ਬੈਠਾ ਹੈ, ਵੀ ਸਾਨੂੰ ਦਰਸ਼ਨ ਜਿਹੜਾ ਦੇਣ ਆਇਆ ਹੈ ਇਹ ਅੱਲਾ ਹੈ। ਸਾਡੀ ਬਿਰਤੀ ਦੁਆਰਾ ਸਾਨੂੰ ਦਰਸ਼ਨ ਹੋ ਰਹੇ ਹੈ ਕਿ ਅੰਦਰ ਕੋਈ ਹੋਰ ਅੱਲਾ ਬੈਠਾ ਹੋਇਆ ਹੈ। ਸ੍ਰੀ ਨਾਨਕ ਗਾਦੀ ਜੋ ਪਾਵੈ। ਪਰ ਸੱਚ ਜਾਣੀ ਬਾਦਸ਼ਾਹ, ਅਸੀਂ ਫਿਰ ਹੁਣ ਸਾਨੂੰ ਪਤਾ ਲੱਗਿਆ ਵੀ ਜਿਹੜਾ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਬਹਿੰਦਾ ਹੈ, ਸੋ ਸਰੂਪ ਤਹ ਪੀ ਨਦਰੀ ਆਵੈ। ਉਹੀ ਸਰੂਪ ਨਜ਼ਰ ਆਉਂਦਾ ਹੈ। ਅਸੀਂ ਪਹਿਲਾਂ ਸਮਾਧੀ ਲਾਉਂਦੇ ਹੁੰਦੇ ਸੀ, ਸਾਨੂੰ ਧੰਨ ਗੁਰੂ ਨਾਨਕ ਸਾਹਿਬ ਨਜ਼ਰ ਆਉਂਦੇ ਸੀ, ਕਿਉਂਕਿ ਇਹਦੀ ਉਮਰ 200 ਸਾਲ ਸੀ ਫਕੀਰ ਦੀ, ਮੀਆਂ ਮੀਰ ਦੀ। ਕਹਿੰਦਾ ਫਿਰ ਕੁਝ ਸਮੇਂ ਬਾਅਦ ਉਹ ਸਮਾਧੀ ਜਦੋਂ ਲਾਉਣੀ ਕਰਨੀ, ਤੇ ਸਾਨੂੰ ਸੱਚਖੰਡ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਣੋਂ ਹਟ ਗਏ। ਫਿਰ ਹੋਰ ਸਰੂਪ ਦੇ ਦਰਸ਼ਨ ਹੋਇਆ ਕਰਨ। ਤੋ ਇਹ ਹੁਣ ਫਕੀਰ ਨਹੀਂ ਸੀ ਜਾਣਦਾ ਵੀ ਉਹ ਕੌਣ ਹੈ, ਪਰ ਉਹ ਗੁਰੂ ਅੰਗਦ ਦੇਵ ਮਹਾਰਾਜ ਸਨ। ਇੱਧਰ ਗੁਰਤਾ ਤੇ ਬੈਠ ਜਾਂਦੇ ਸੀ, ਤੇ ਸਾਧੂਆਂ ਨੂੰ ਬਿਰਤੀ ਦੁਆਰਾ ਸੱਚਖੰਡ ਵਿੱਚ ਉਸ ਸਰੂਪ ਦੇ ਦਰਸ਼ਨ ਹੋਣ ਲੱਗ ਪੈਂਦੇ ਸਨ। ਫਿਰ ਕਹਿੰਦਾ ਵੀ ਥੋੜੇ ਸਮੇਂ ਬਾਅਦ ਉਹ ਵੀ ਲੈ ਹੋ ਗਏ। ਫਿਰ ਸਮਾਧੀ ਲਾਇਆ ਕਰਨੀ ਸਾਨੂੰ। ਫਿਰ ਇੱਕ ਬਿਰਧ ਛੋਟੇ ਕੱਦ ਹੋਣਾ, ਐਨ ਚਿੱਟਾ ਦਾੜਾ, ਤੇ ਬੜੇ ਬਜ਼ੁਰਗ ਦੇ ਦਰਸ਼ਨ ਹੋਇਆ ਕਰਨੇ। ਫਿਰ ਪਤਾ ਲੱਗਿਆ ਵੀ ਉਹ ਤਾਂ ਗੁਰੂ ਅਮਰਦਾਸ ਮਹਾਰਾਜ ਉਹਨਾਂ ਸਮਿਆਂ 'ਚ ਇੱਥੇ ਗੁਰਤਾ ਤੇ ਬੈਠੇ ਰਹੇ। ਫਿਰ ਗੁਰੂ ਰਾਮਦਾਸ ਦੇ ਹੋਏ, ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ। ਬਾਦਸ਼ਾਹ ਸੱਚ ਜਾਣ, ਜਦੋਂ ਬਿਰਤੀ ਟਿਕਾਉਂਦੇ ਹਾਂ ਅਸੀਂ, ਉਹ ਪਰਮੇਸ਼ਰ ਦਰਗਾਹ ਵਿੱਚ ਦਰਸ਼ਨ ਕਰਨੇ ਹੁੰਦੇ ਉਹਦੇ, ਤੇ ਸਾਨੂੰ ਉਸੇ ਸਰੂਪ ਦੇ ਦਰਸ਼ਨ ਹੁੰਦੇ ਜਿਹੜਾ ਸਰੂਪ ਸੰਸਾਰ ਤੇ ਗੁਰਤਾ ਗੱਦੀ ਤੇ ਬੈਠਾ ਹੁੰਦਾ। ਐਡਾ ਵੱਡਾ ਦਰ ਘਰ ਹੈ ਜਿਹਦੇ ਨਾਲ ਤੂੰ ਮੱਥਾ ਲਾਉਣ ਨੂੰ ਫਿਰਦਾ ਹੈ। ਜੇ ਨਿਸ਼ਚਾ ਇਮ ਕਹੇ ਨਾ ਠੰਨ ਹੈ। ਤੇ ਇਹ ਹੁਣ ਨਿਸ਼ਚਾ ਤੈਨੂੰ ਮੈਂ ਕਰਕੇ ਦੱਸ ਦਿੱਤਾ ਹੈ ਬਾਦਸ਼ਾਹ। ਇਹ ਜੋ ਨਿਸ਼ਚਾ ਇਮ ਕਹੇ ਨਾ ਠੰਨ ਹੈ, ਜਿਹੜਾ ਇਹ ਮਨ ਵਿੱਚ ਨਿਸ਼ਚਾ ਕਰਦਾ ਹੈ ਨਾ ਠੰਨ ਹੈ, ਜਾਂ ਕਹੇ ਤੇ ਨਿਸ਼ਚਾ ਨਹੀਂ ਠਾਣ ਦਾ ਭਰੋਸਾ ਨਹੀਂ ਕਰਦਾ ਹੈ। ਬੂਝਹ ਅਪਰ ਪੀਰ ਜੇ ਜਨ ਹੈ। ਅੱਛਾ, ਬਾਦਸ਼ਾਹ ਨੂੰ ਕਹਿੰਦਾ ਮੀਆਂ ਮੀਰ ਵੀ, ਬਾਦਸ਼ਾਹ ਜੇ ਮੇਰੇ ਕਹੇ ਤੇ ਤੈਨੂੰ ਯਕੀਨ ਨਹੀਂ ਨਾ, ਭਰੋਸਾ ਨਹੀਂ, ਤੇ ਜਿੰਨੇ ਫਕੀਰ ਹੈ ਅਸਲੀ ਅੱਲਾ ਨੂੰ ਪ੍ਰਾਪਤ ਕਰਨ ਵਾਲੇ ਨਾਮ ਰਸੀਏ ਸਾਰੇ ਇਕੱਠੇ ਕਰ ਲੈ,
ਉਹਨਾਂ ਨੂੰ ਪੁੱਛ ਵੀ ਤੁਹਾਨੂੰ ਕਿਹੜੇ ਸਰੂਪ ਦੇ ਦਰਸ਼ਨ ਹੁੰਦੇ ਜਦੋਂ ਸਮਾਧੀ 'ਚ ਬਹਿੰਦੇ ਜੇ, ਅੱਲਾ ਨੂੰ ਸਿਮਰਦੇ ਜੇ, ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਜਹਾਂਗੀਰ ਸੁਣ ਕੇ ਜਬ ਲਹਿਓ। ਜਦੋਂ ਇਹੋ ਜੀਆਂ ਗੱਲਾਂ ਸਾਈਂ ਨੇ ਕੀਤੀਆਂ, ਮੀਆਂ ਮੀਰ ਜੀ ਨੇ, ਬਾਦਸ਼ਾਹ ਨੇ ਸਾਰੀ ਗੱਲ ਜਦੋਂ ਸੁਣੀ ਹੈ, ਕਿਉਂ ਨਾ ਪੀਰ ਜੀ ਆਗੇ ਤੇ ਕਹਿਓ। ਬਾਦਸ਼ਾਹ ਸਾਧ ਸੰਗਤ ਜੀ ਭੁੱਬਾਂ ਮਾਰ ਮਾਰ ਜਹਾਂਗੀਰ ਰੋਇਆ, ਮੱਥੇ ਹੱਥ ਮਾਰਦਾ ਹੈ, ਕਹਿੰਦਾ ਹੇ ਸਾਈਂ ਮੀਆਂ ਮੀਰ ਜੀ, ਬਹੁਤ ਝੁਰਦਾ ਹੋਇਆ ਕਹਿੰਦਾ ਤੁਸੀਂ ਪਹਿਲਾਂ ਕਿਉਂ ਨਾ ਮੇਰੇ ਕੋਲ ਆਏ, ਕਿਉਂ ਤੁਸੀਂ ਪਹਿਲਾਂ ਮੈਨੂੰ ਦੱਸਿਆ ਨਾ। ਅਤਬ ਰਾਖ ਕਰ ਬੰਦ ਖਲਾਸੀ। ਤੇ ਮੈਂ ਅਦਬ ਰੱਖਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ, ਉਹਨਾਂ ਦੀ ਬੰਦ ਖਲਾਸੀ ਕਰਵਾਉਂਦਾ ਜੀ। ਲੇਤ ਅਸੀਸ ਤਿਨਹ ਕੇ ਪਾਸੀ। ਮੈਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅਸੀਸਾਂ ਲੈਂਦਾ, ਮੈਂ ਕਾਹਨੂੰ ਸ਼ਹੀਦ ਕਰਵਾਉਣ ਦੇ ਹੁਕਮ ਦੇਣੇ ਸਨ। ਸੁਣਤ ਪੀਰ ਉੱਤਰ ਦੇ ਐਸੇ। ਸੁਣ ਕੇ ਪੀਰ ਨੇ, ਮੀਆਂ ਮੀਰ ਨੇ ਇਸ ਤਰ੍ਹਾਂ ਜਵਾਬ ਦਿੱਤਾ ਵੀ ਲੈ ਤੈਨੂੰ ਸੁਣ ਲਾ, ਦੱਸਣਾ ਕਰਾਂ ਮੈਂ। ਗੁਰੂ ਅਛਤ ਹਮ ਕਹਿਤ ਨ ਕੈਸੇ। ਇਹ ਬਾਦਸ਼ਾਹ ਵੀ ਅਸੀਂ ਕਿਵੇਂ ਭਲਾ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਤੈਨੂੰ ਕਹਿ ਸਕਦੇ, ਮਹਾਰਾਜ ਦੇ ਹੀ ਰੋਕੇ ਹੋਏ ਸਾਂ। ਜਬ ਮੁਰਾਦ ਤਿਨ ਹਾਸਲ ਹੋਈ। ਵੀ ਜਦੋਂ ਮਨ ਦੀ ਮੁਰਾਦ ਸਾਨੂੰ ਹਾਸਲ ਹੋਈ ਹੈ ਸੀ, ਦੇਖ ਭੁੱਲੇ ਹਮ ਪੁਨ ਸੁਧ ਦੇਈ। ਪਹਿਲਾਂ ਅਸੀਂ ਵੀ ਭੁੱਲ ਗਏ ਸੀ। ਮਹਾਰਾਜ ਦੇ ਦਰਸ਼ਨ ਜਦੋਂ ਹੋਏ ਨਾ ਸੱਚਖੰਡ ਦੇ ਵਿੱਚੋਂ ਬਿਰਤੀ ਦੁਆਰਾ, ਤੇ ਮੈਨੂੰ ਸਾਰੀ ਸੁੱਧ ਬੁੱਧ ਭੁੱਲ ਗਈ ਸੀ, ਕੋਈ ਸੁੱਧ ਬੁੱਧ ਨਹੀਂ ਰਹੀ। ਫੇਰ ਜਾ ਕਰਕੇ ਕੁਝ ਸਮੇਂ ਬਾਅਦ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨਾਂ ਤੋਂ ਬਾਅਦ ਸੁੱਧ ਖਬਰ ਹੋਈ ਸੀ। ਸਭ ਪ੍ਰਤ ਆਇਸ ਗੁਰੂ ਉਚਾਰੀ। ਤੇ ਅਸੀਂ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਗਏ। ਉੱਥੇ ਜਾ ਕੇ ਹੱਥ ਬੰਨ੍ਹ ਕੇ ਅਸਾਂ ਬੇਨਤੀਆਂ ਕੀਤੀਆਂ, ਤੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੇ, ਅਸੀਂ ਆਖਿਆ ਮਹਾਰਾਜ ਤੁਸੀਂ ਕਿਰਪਾ ਕਰੋ। ਸਾਈਂ ਮੀਆਂ ਮੀਰ ਕਹਿੰਦੇ ਅਸੀਂ ਖੁਦ ਆਖਿਆ ਸੀ ਵੀ ਮਹਾਰਾਜ ਤੁਸੀਂ ਕਹੋ ਤੇ ਮਹਾਰਾਜ ਰਾਜ ਗਰਕ ਕਰ ਦੇਵਾਂ ਇੱਕ ਛਿਣ ਦੇ ਵਿੱਚ ਹੀ, ਮੈਂ ਆਖਿਆ ਸੀ ਮਹਾਰਾਜ ਨੂੰ। ਪਰ ਬਾਦਸ਼ਾਹ ਸਾਨੂੰ ਸਾਰੇ ਇਕੱਠੇ ਹੋਏ ਫਕੀਰਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਤਰ੍ਹਾਂ ਆਗਿਆ ਕੀਤੀ ਹੈ ਸੀ। ਆਏ ਨਾ ਕੋ ਹਮ ਖੇਲ ਮਝਾਰੀ। ਵੀ ਇਹ ਤਾਂ ਬਾਈ ਸਾਡਾ ਆਪਦਾ ਹੀ ਖੇਡ ਹੈ, ਤੇ ਸਾਡੀ ਖੇਡ ਆਪ ਹੀ ਰਚਾਈ ਹੋਈ, ਆਪ ਹੀ ਅਸੀਂ ਸ਼ਹੀਦ ਹੋਣ ਵਾਲੇ, ਆਪ ਹੀ ਕਰਨ ਕਰਾਉਣ ਵਾਲੇ ਹਾਂ। ਤੇ ਤੁਸੀਂ ਕੋਈ ਵੀ ਜਿਹੜਾ ਨਾ ਪੀਰ ਫਕੀਰ ਸਾਡੇ ਖੇਡ ਦੇ ਵਿੱਚ ਨਾ ਆਓ, ਸਾਨੂੰ ਆਨੰਦ ਲੈਣ ਦਿਓ ਆਪਦੇ ਅੰਦਰ ਹੀ। ਹੁਕਮ ਦਿਓ ਬਿਧ ਸ਼ਿਵ ਕੋ ਐਸੇ। ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਇਤਿਹਾਸ ਦੀ ਕਥਾ ਲੜੀਵਾਰ ਸੁਣੀ, ਉਹ ਜਾਣਦੇ ਜਦੋਂ ਮਹਾਰਾਜ ਦੀ ਸ਼ਹੀਦੀ ਹੋ ਰਹੀ ਸੀ ਉਦੋਂ ਸਾਰੇ ਹੀ ਮਹਾਰਾਜ ਦੇ ਪਾਸ ਆਏ ਸੀ। ਇਹ ਸਾਈਂ ਜੀ ਉਹ ਜ਼ਿਕਰ ਕਰ ਰਹੇ ਬਾਦਸ਼ਾਹ ਦੇ ਪਾਸ। ਤੇ ਸਾਈਂ ਜੀ ਕਹਿੰਦੇ ਬਾਦਸ਼ਾਹ ਹੋਰ ਤਾਂ ਹੋਰ ਸ਼ਿਵ ਭਗਵਾਨ ਬ੍ਰਹਮਾ ਵਿਸ਼ਨੂੰ ਵਰਗੇ ਵੀ ਮਹਾਰਾਜ ਦੇ ਪਾਸ ਹੱਥ ਜੋੜ ਜੋੜ ਕੇ ਖੜੇ ਸਨ। ਖੇਲ ਵਿਖੇ ਤੁਮ ਆਓ ਨਾ ਕੈਸੇ। ਵੀ ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਜੋ ਕਹੋ ਅਸੀਂ ਕਰ ਸਕਦੇ ਹਾਂ, ਵਿਖਾਈਏ ਸ਼ਕਤੀ। ਤੋ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰਿਆਂ ਨੂੰ ਆਖ ਦਿੱਤਾ ਵੀ ਇਹ ਸਾਡਾ ਖੇਡ ਹੈ ਭਾਈ, ਇਸ ਕੌਤਕ ਤਮਾਸ਼ੇ ਵਿੱਚ ਕੋਈ ਨਾ ਹੋਰ ਆਵੇ। ਅਸ ਹਮ ਨੇ ਹੀ ਖੇਲ ਪਸਾਰੀ। ਵੀ ਇਹ ਜੋ ਸ਼ਹੀਦ ਇਹ ਕੌਣ ਹੁੰਦੇ, ਸਾਨੂੰ ਸ਼ਹੀਦ ਕਰਨ ਵਾਲੇ, ਸਾਰਾ ਖੇਡ ਅਸੀਂ ਆਪ ਹੀ ਕਰਨ ਵਾਲੇ ਹਾਂ। ਕੋ ਸੁਰ ਕਰਹਿ ਨ ਸ਼ਕਤ ਜੇ ਭਾਰੀ। ਕੋਈ ਵੀ ਦੇਵਤਾ ਸ਼ਕਤੀ ਨਾ ਵਿਖਾਉਣਾ ਕਰੇ, ਜਿੰਨੀ ਮਰਜ਼ੀ ਵੱਧ ਹੋਵੇ ਕਿਸੇ ਕੋਲ। ਜੇ ਨਵਨਾਥ ਸਿੱਧ 84। ਤੇ ਹੋਰ ਤਾਂ ਹੋਰ ਬਾਦਸ਼ਾਹ 9 ਨਾਥ ਉੱਥੇ ਆਉਂਦੇ ਰਹੇ, 84 ਸਿੱਧ ਜਿਹੜੇ ਝੰਗਰਨਾਥ ਭੰਗਰਨਾਥ ਵਰਗੇ, ਮਚਿੰਦਰਨਾਥ, ਇਸ ਤੋਂ ਇਲਾਵਾ ਗੋਰਖਨਾਥ ਵਰਗੇ ਸਿੱਧ ਵੀ ਮਹਾਰਾਜ ਦੇ ਤਰਲੇ ਕਰ ਰਹੇ ਸਨ। ਪੀਰ ਫਕੀਰ ਸਤੀ ਸੰਨਿਆਸੀ। ਕੀ ਸਤੀ, ਕੀ ਸੰਨਿਆਸੀ, ਕੀ ਜਤੀ, ਕਿੰਨੇ ਪੀਰ ਪੈਗੰਬਰ ਸਾਰੇ ਹੀ ਮਹਾਰਾਜ ਨੂੰ ਇਹੀ ਵਾਰ-ਵਾਰ ਬੇਨਤੀ ਕਰਦੇ ਸੀ, ਮਹਾਰਾਜ ਕਿਰਪਾ ਕਰੋ ਸਾਨੂੰ ਸ਼ਕਤੀ ਵਿਖਾਉਣ ਦੀ ਆਗਿਆ ਬਖਸ਼ੋ, ਅਸੀਂ ਗਰਕ ਕਰ ਦਈਏ ਇਹਨਾਂ ਦਾ ਰਾਜ ਦੁਸ਼ਟਾਂ ਦਾ। ਹੁਕਮ ਤਿਆਸ ਤੇ ਹਟ ਸਮੁਦਾਏ। ਪਰ ਮਹਾਰਾਜ ਨੇ ਸਾਰਿਆਂ ਨੂੰ ਰੋਕ ਦਿੱਤਾ, ਤੇ ਸਾਰੇ ਜਿੰਨੇ ਪੀਰ ਫਕੀਰ ਦੇਵੀ ਦੇਵਤੇ ਸਮੇਤ ਮੇਰੇ ਬਾਦਸ਼ਾਹ ਸਾਰੇ ਅਸੀਂ ਹਟ ਗਏ ਸਾਂ। ਮਹਾਰਾਜ ਨੇ ਸਾਰਿਆਂ ਨੂੰ ਰੋਕ ਦਿੱਤਾ ਸੀ ਵੀ ਸਾਡਾ ਖੇਡ ਹੈ, ਕੋਈ ਇਹਦੇ ਵਿੱਚ ਦਖਲ ਨਾ ਦੇਵੇ। ਨਹੀਂ ਸ਼ਕਤ ਕੋ ਲਾਵਨ ਆਏ। ਤੇ ਇਸ ਲਈ ਕਿਸੇ ਨੇ ਵੀ ਕੋਈ ਸ਼ਕਤੀ ਨਹੀਂ ਲਾਉਣਾ ਕੀਤੀ ਸੀ। ਸ੍ਰੀ ਅਰਜਨ ਸਭ ਵਿਦ ਸਮਰੱਥ। ਤੇ ਇਸ ਲਈ ਬਾਦਸ਼ਾਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਅੱਲਾ ਸਨ, ਉਹ ਸਾਰੇ ਤਰ੍ਹਾਂ ਨਾਲ ਸਮਰੱਥ ਸਨ, ਸਭ ਤਰ੍ਹਾਂ ਨਾਲ ਸਮਰੱਥ। ਲੱਖ ਹਕਾਨੀ ਦਾਹਨ ਹੱਥ। ਤੇ ਗੁਰੂ ਪਰਮੇਸ਼ਰ ਅੱਲਾ ਸੀ ਨਾ, ਜਿਸ ਕਰਕੇ ਉਹਨਾਂ ਦੇ ਸੱਜੇ ਹੱਥ ਵਿੱਚ ਲੱਖਾਂ ਸ਼ਕਤੀਆਂ ਜਿਹੜੀਆਂ ਵਾਸਾ ਰੱਖਦੀਆਂ ਸਨ। ਬਾਮ ਵਿਖੇ ਸੋ ਤਰਤ ਕਰੋੜੈ। ਤੇ ਖੱਬੇ ਹੱਥ ਵਿੱਚ ਕਰੋੜਾਂ, ਲੱਖਾਂ ਕਰੋੜਾਂ ਸੱਜੇ ਖੱਬੇ ਹੱਥ ਤੇ ਸ਼ਕਤੀਆਂ ਖੜ ਕੇ ਬੇਨਤੀਆਂ ਕਰਦੀਆਂ। ਤੇ ਮਹਾਰਾਜ ਕਰਾਮਾਤਾਂ ਦੇ ਨਾਲ ਐਨ ਭਰੇ ਹੋਏ ਸਨ, ਰੋਮ ਰੋਮ ਵਿੱਚ ਕਰਾਮਾਤ ਹੈ ਸੀ। ਜੇ ਕਰ ਇੱਕ ਕਾਨੀ ਕਬ ਛੋੜੈ। ਬਾਦਸ਼ਾਹ ਸੱਚ ਜਾਣੇ ਜਿਵੇਂ ਤੂੰ ਕੀਤਾ ਹੈ ਨਾ,
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਹੈ ਹੀ ਦਿਆਲੂ। ਜੇ ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਮਹਾਰਾਜ ਜੀ ਇੱਕ ਕਲਮ ਕਹੋ, ਸ਼ਕਤੀ ਕਹੋ, ਇੱਕ ਕਰਾਮਾਤ ਵੀ ਤੇਰੇ ਘਰ ਵੱਲ ਛੱਡ ਦਿੰਦੇ, ਤੇਰੇ ਰਾਜ ਭਾਗ ਵੱਲ ਛੱਡ ਦਿੰਦੇ ਤਾਂ ਨਹੀਂ ਸਾਹੋ ਨਹਿ ਪ੍ਰਜਾ ਰਹੰਤੀ। ਨਾ ਬਾਦਸ਼ਾਹ ਤੇਰਾ ਕੱਖ ਰਹਿਣਾ ਸੀ, ਨਾ ਤੇਰੇ ਟੱਬਰ ਦਾ, ਨਾ ਖਾਨਦਾਨ ਦਾ, ਤੇ ਨਾ ਕੋਈ ਆ ਪ੍ਰਜਾ ਰਹਿਣੀ ਸੀ। ਸਭ ਰਾਜ ਭਾਗ ਨਾਸ਼ ਕਰ ਸਕਦੇ ਸਨ। ਗਗਨ ਨਾ ਅਵਨੀ ਕਿਤਹਾਂ ਦਿਸੰਤੀ। ਨਾ ਆਕਾਸ਼ ਰਹਿਣਾ ਸੀ ਮਹਾਰਾਜ ਜੇ ਬਲ ਵਿਖਾਉਂਦੇ, ਨਾ ਧਰਤੀ ਰਹਿਣੀ ਸੀ, ਕਿਸੇ ਨੂੰ ਕੁਝ ਨਹੀਂ ਦਿਸਣਾ ਸੀ। ਸਭ ਮਰਦਨ ਕਰ ਗਰਦ ਉਡੰਤੇ। ਸਭ ਮਹਾਰਾਜ ਚਾਹੁੰਦੇ ਤੇ ਇੱਕ ਸ਼ਕਤੀ ਦੇ ਨਾਲ ਇੱਕ ਛਿਣ ਵਿੱਚ ਹੀ ਮਲ ਕੇ ਰੱਖ ਦਿੰਦੇ, ਸਭ ਪਾਸੇ ਗਰਦ ਉਡਾ ਦੇਣੀ ਜਾਂ ਧੂੜ ਬਣਾ ਕੇ ਉਡਾ ਸਕਦੇ ਸੀ, ਚੰਦ ਸੂਰਜ ਤਾਰਿਆਂ ਤਾਈਂ। ਤੇ ਬਾਦਸ਼ਾਹ ਤੇਰੀ ਕੀ ਔਕਾਤ ਸੀ ਗੁਰੂ ਅਰਜਨ ਦੇਵ ਸਾਹਿਬ ਦੇ ਸਾਹਮਣੇ। ਕੋ ਬਲ ਕਰ ਨਹਿ ਅਗਰ ਟਿਕੰਤੇ। ਕੋਈ ਵੀ ਇਹੋ ਜਿਹਾ ਨਹੀਂ ਜਿਹੜਾ ਬਲ ਕਰਕੇ ਗੁਰੂ ਸਾਹਿਬ ਦੇ ਅੱਗੇ ਟਿਕ ਜਾਂਦਾ। ਕਰਨ ਪਰੰਤ ਹੁਤੋ ਤਿਨ ਤੈਸੇ। ਪਰ ਗੱਲ ਇਹ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਤਾਂ ਖਿਆਲ ਹੀ ਨਹੀਂ ਕਰਾਮਾਤ ਵੱਲ ਪਾਸੇ। ਸੱਚੇ ਪਾਤਸ਼ਾਹ ਮਹਾਰਾਜ ਤਾਂ ਜਿਵੇਂ ਹੋਇਆ ਇਵੇਂ ਹੀ ਕਰਨਾ ਚਾਹੁੰਦੇ ਸਨ। ਤੁਸਾਂ ਨਹੀਂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੀ ਆਪਣੀ ਮੌਜ ਹੈ ਸੀ। ਬਲ ਹੋਤੇ ਨਿਰਭਲ ਭੇ ਐਸੇ। ਤੇ ਬਲ ਹੁੰਦਿਆਂ ਹੋਇਆਂ ਵੀ ਨਿਰਬਲ ਹੋ ਕੇ ਰਹੇ, ਜਿਵੇਂ ਆਮ ਸਧਾਰਨ ਮਨੁੱਖ ਹੁੰਦਾ ਵੀ ਸਾਡੇ ਕੋਲ ਕੁਝ ਵੀ ਨਹੀਂ, ਇਸ ਤਰ੍ਹਾਂ ਸ਼ਹਾਦਤ ਦੇ ਦਿੱਤੀ ਹੈ ਸੀ। ਔਰ ਵਿਸ਼ੇਖਤਾ ਇਹ ਤਿਨ ਕੇਰੀ। ਇਸ ਲਈ ਬਾਦਸ਼ਾਹ ਇਹ ਹਿਰਦੇ ਵਿੱਚ ਵਿਸ਼ੇਸ਼ਤਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਵਿੱਚ, ਇਹੀ ਵਿਸ਼ੇਸ਼ਤਾ ਵਡਿਆਈ ਹੈ। ਫੁਰਨ ਉਥਾਨ ਨਾ ਕਰ ਕਿਸ ਬੇਰੀ। ਕਿਉਂਕਿ ਮਹਾਰਾਜ ਦਾ ਹਿਰਦਾ ਕਦੇ ਫੁਰਨਾ ਨਹੀਂ ਸੀ ਕਰਦਾ। ਸਤਿਗੁਰਾਂ ਦੇ ਹਿਰਦੇ ਵਿੱਚ ਕਦੇ ਵੀ ਫੁਰਨਾ ਪੈਦਾ ਨਹੀਂ ਹੁੰਦਾ ਸੀ। ਸਹਿਜ ਬ੍ਰਿਤ ਤੇ ਨਿਤ ਚਿਤ ਸੀਤਲ। ਉਹਨਾਂ ਦਾ ਚਿੱਤ ਸੀਤਲ ਸੀ, ਠੰਡਾ ਠਾਰ, ਕਿਉਂਕਿ ਸਹਿਜ ਬ੍ਰਿਤ ਸੀ ਨਾ, ਵੀ ਜਿਹੜਾ ਕੁਝ ਹੋਈ ਜਾਂਦਾ ਉਸੇ 'ਚ ਹੀ ਵਰਤਦੇ ਸਨਗੇ। ਮਗਨ ਸਦਾ ਆਤਮ ਰਸ ਹੀਤਲ। ਮਹਾਰਾਜ ਤਾਂ ਸਦਾ ਹੀ ਆਤਮ ਰਸ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਲੀਨ ਰਹਿਣ ਵਾਲੇ। ਜੀਵਨ ਮੁਕਤ ਅਵਸਥਾ ਝੂਲਤ। ਉਹ ਤਾਂ ਜੀਵਨ ਮੁਕਤ ਦੀ ਅਵਸਥਾ ਆਨੰਦ ਵਿੱਚ ਝੂਲੇ ਪਾਉਂਦੇ ਸਨ, ਆਨੰਦ ਲੈਂਦੇ ਸਨ। ਬ੍ਰਿਤ ਇੱਕ ਰਸ ਕਬਹੂ ਨਾ ਭੂਲਤ। ਇੱਕ ਰਸ ਬਿਰਤੀ ਰੱਖਣ ਵਾਲੇ ਤੇ ਅੱਲਾ ਨੂੰ ਕਦੇ ਨਹੀਂ ਭੁੱਲਣ ਵਾਲੇ, ਜਾਂ ਕੋਈ ਉਹਨਾਂ ਨੂੰ ਭੁਲਾ ਨਹੀਂ ਸਕਦਾ ਸੀ, ਅੱਲਾ ਸਨ। ਦੁਖ ਜਬ ਨਿਕਸੇ ਹੋਏ ਦੁਖ ਖਾਨ। ਇਸ ਲਈ ਬਾਦਸ਼ਾਹ ਜਦੋਂ ਹਿਰਦੇ ਵਿੱਚ ਕੋਈ ਦੁੱਖ ਹੁੰਦਾ ਨਾ ਤੇ ਫੇਰ ਹੀ ਬਾਹਰ ਭੁੱਬ ਨਿਕਲਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਕੋਈ ਦੁੱਖ ਹੁੰਦਾ, ਕੋਈ ਫੁਰਨੇ ਹੁੰਦੇ ਆ, ਉਹਨਾਂ ਦੇ ਮੁੱਖੋਂ ਹੀ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਹਨ। ਸੋ ਸੁਖ ਰੂਪ ਦਇਆ ਕੀ ਬਾਨ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਹਿਰਦੇ ਵਿੱਚ ਕਿੱਥੇ ਦੁੱਖ, ਉਹ ਤਾਂ ਆਪ ਹੀ ਸੁਖ ਸਰੂਪ ਸਨ ਤੇ ਦਇਆ ਕਰਨੀ ਉਹਨਾਂ ਦੀ ਆਦਤ ਹੈ ਸੀ। ਪ੍ਰਾਨ ਤਿਆਗ ਕਰ ਰਾਵੀ ਤੀਰ। ਤੇ ਇਸ ਲਈ ਸੱਚੇ ਪਾਤਸ਼ਾਹ ਜੀਆਂ ਨੂੰ ਕਿੰਨੇ ਤਸੀਹੇ ਦਿੱਤੇ, ਜੇ ਅੰਦਰ ਦੁੱਖ ਹੁੰਦਾ ਤੇ ਬਾਹਰ ਦੁੱਖ ਨਿਕਲਦਾ। ਉਹ ਅੰਦਰ ਹੀ ਉਹਨਾਂ ਦਾ ਸੁਖ ਸਰੂਪ ਸੀ, ਇਸ ਲਈ ਬਾਹਰ ਵੀ ਸੁਖ ਨਿਕਲ ਰਿਹਾ ਸੀ। ਇਸ ਕਰਕੇ ਬਾਦਸ਼ਾਹ ਮਹਾਰਾਜ ਨੇ ਬੜਾ ਵੱਡਾ ਸਾਕਾ ਕੀਤਾ, ਬੜੀ ਵੱਡੀ ਗਰੀਬ ਨਵਾਜ ਮਹਾਰਾਜ ਨੇ ਕੌਤਕ ਕੀਤਾ। ਕਿੰਨੇ ਤਸੀਹੇ ਚੱਲੇ ਪਰ ਮੁੱਖੋਂ ਉਹ ਫਸੀ ਨਹੀਂ ਆਖੀ ਇੱਕ ਵਾਰ ਵੀ, ਕਿਉਂਕਿ ਸੁਖ ਸਰੂਪ ਸਨ, ਦੁੱਖ ਕਿੱਥੇ ਉਹਨਾਂ ਦੇ ਵਿੱਚ। ਤੋ ਜਿਸ ਕਰਕੇ ਫਿਰ ਕੁਝ ਸਮੇਂ ਬਾਅਦ ਤੜਕੇ ਹੀ ਅੰਮ੍ਰਿਤ ਵੇਲੇ ਉਹਨਾਂ ਨੇ ਰਾਵੀ ਦੇ ਕੰਢੇ ਤੇ ਜਿਹੜਾ ਹੈ ਉਹ ਸਰੀਰ ਤਿਆਗ ਦਿੱਤਾ ਸੀ। ਚੰਦਨ ਚਿਖਾ ਜਲਾਏ ਸਰੀਰ। ਤੇ ਸਿੱਖਾਂ ਨੇ ਚੰਦਨ ਦੀ ਚਿਖਾ ਜਿਹੜੀ ਚਿਣ ਕਰਕੇ ਮਹਾਰਾਜ ਦਾ ਅੰਤਮ ਸੰਸਕਾਰ ਕਰ ਦਿੱਤਾ। ਇੱਥੇ ਨਿਰਣਾ ਹੋ ਗਿਆ ਵੀ ਮਹਾਰਾਜ ਦਾ ਅੰਤਮ ਸੰਸਕਾਰ ਹੋਇਆ। ਕਵੀ ਜੀ ਇੱਥੇ ਲਿਖ ਰਹੇ, ਪਿੱਛੇ ਕਿਸੇ ਭੁਲੇਖੇ ਦੇ ਕਾਰਨ ਕਵੀ ਜੀ ਜਲ ਪ੍ਰਵਾਹ ਦਾ ਪ੍ਰਸੰਗ ਲਿਖਿਆ, ਪਰ ਉੱਥੇ ਵੀ ਦੱਸ ਦਿੱਤਾ ਸੀ ਵੀ ਅੱਗੇ ਆਵੇਗਾ ਪ੍ਰਸੰਗ। ਉਹ ਇਸੇ ਪ੍ਰਸੰਗ ਦੀ ਬਾਤ ਕੀਤੀ ਸੀ ਉਸ ਦਿਨ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਚੰਦਨ ਦੀ ਚਿਖਾ ਚਿਣ ਕਰਕੇ ਸਿੱਖ ਸੰਗਤਾਂ ਨੇ ਸੰਸਕਾਰ ਕਰ ਦਿੱਤਾ। ਬਹੁ ਸੰਗਤ ਮਿਲ ਭੀ ਇੱਕ ਚੰਦਨ। ਤੇ ਇੱਕ ਭੀ ਇੱਕ ਥਾਏ, ਬੜੀ ਸੰਗਤ ਇੱਕੋ ਥਾਂ ਤੇ ਆਣ ਇਕੱਠੀ ਹੋ ਰਹੀ ਸੀ। ਕਨ ਕੀ ਸਮ ਫੂਲਨ ਬਰਖਾਏ। ਤੇ ਫੁੱਲ ਮਹਾਰਾਜ ਦੇ ਉੱਪਰ ਐ ਵਰਸੇ ਸੀ ਜਿਵੇਂ ਬੱਦਲ ਵਰਖਦਾ ਮੀਂਹ ਪਾਉਂਦਾ ਹੁੰਦਾ ਹੈ। ਅਤਰ ਅੰਬੀਰਨ ਅਲਤਾ ਡਾਲ। ਅੰਬੀਰਾਂ ਤੋਂ ਆਦ ਬੜੇ ਤਰ੍ਹਾਂ ਦੇ ਖੁਸ਼ਬੂਦਾਰ ਅਤਰ ਬੇਅੰਤ ਛਿੜਕੇ ਗਏ ਸਨ। ਲਵਪੁਰ ਪੂਰਨ ਭਾਤ ਇਸ ਕਾਲ। ਲਾਹੌਰ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਬਚੀ ਸੀ ਬਾਦਸ਼ਾਹ,
ਬੇਅੰਤ ਦੂਰੋਂ ਨੇੜਿਓਂ ਦੇਵੀ ਦੇਵਤੇ ਤੱਕ ਵੀ ਮਹਾਰਾਜ ਦੇ ਅੰਤਮ ਸੰਸਕਾਰ ਤੇ ਪਹੁੰਚ ਰਹੇ। ਕੀਰਤਨ ਬਹੁਤ ਭਇਓ ਤਿਸ ਥਾਨ। ਤੇ ਅੱਲਾ ਦੀ ਬੰਦਗੀ ਕੀਰਤਨ ਬੜਾ ਉਸ ਥਾਂ ਤੇ ਹੋਇਆ। ਲਾਹੌਰ ਦੇ ਅੰਦਰ ਤਿਲ ਸੁੱਟਣ ਨੂੰ ਜਗ੍ਹਾ ਨਾ ਬਚੀ ਸੀ। ਸੁਣਤ ਸ਼ਾਹੋ ਅਤ ਭਇਓ ਹੀਰਾਨ। ਤੇ ਜਦੋਂ ਸਾਧ ਸੰਗਤ ਜੀ ਸਾਈਂ ਜੀ ਨੇ ਸਾਰੇ ਖੋਲੇ ਪਰਦੇ ਦੱਸ ਦਿੱਤਾ, ਸਾਰਾ ਕੁਝ ਵੀ ਬਾਦਸ਼ਾਹ ਨੂੰ ਸ਼ੀਸ਼ਾ ਵਿਖਾਇਆ ਵੀ ਤੂੰ ਜਿਹਨੂੰ ਸ਼ਹੀਦ ਕੀਤਾ ਉਹ ਤਾਂ ਅੱਲਾ ਸੀ, ਤੂੰ ਕਿਹੜੇ ਅੱਲਾ ਨੂੰ ਹੁਣ ਨਮਾਜ਼ਾਂ ਪੜ੍ਹ ਕੇ ਯਾਦ ਕਰਦਾ ਹੈ। ਸਾਰਾ ਕੁਝ ਸੁਣ ਕੇ ਤੇ ਬਾਦਸ਼ਾਹ ਦਾ ਦਿਲ ਦਹਿਲ ਗਿਆ, ਬੜਾ ਹੈਰਾਨ ਹੋਇਆ ਹੈ। ਨਹੀਂ ਪੀਰ ਟਿਕ ਬੋਲਿਓ ਗਇਓ। ਤੇ ਹੁਣ ਗੱਲ ਨਹੀਂ ਆਈ ਸਾਈਂ ਮੀਆਂ ਮੀਰ ਦੇ ਅੱਗੇ, ਨੇਤਰ ਨੀਵੇਂ ਹੋ ਗਏ ਸ਼ਰਮ ਦੇ ਨਾਲ ਤੇ ਸਾਈਂ ਜੀ ਦੇ ਅੱਗੇ ਬੋਲਣਾ ਬੰਦ ਹੋ ਗਿਆ, ਕੋਈ ਗੱਲ ਨਾ ਆਈ। ਕਹਿ ਦਿੱਤਾ ਵੀ ਜਿਹਦੀ ਨਮਾਜ਼ ਪੜ੍ਹਦਾ ਹੈ, ਹੁਣ ਨਮਾਜ਼ਾਂ ਪੜ੍ਹਦਾ ਹੈ ਜਹਾਂਗੀਰ, ਨਮਾਜ਼ ਜਿਹਦੀ ਪੜ੍ਹਦਾ ਉਹਨੂੰ ਤਾਂ ਸ਼ਹੀਦ ਕਰ ਦਿੱਤਾ ਤੇ ਆਪਦੇ ਹੱਥੀਂ। ਤੋ ਫਿਰ ਇਹਨੂੰ ਜਹਾਂਗੀਰ ਨੂੰ ਕੋਈ ਬਚਨ ਨਾ ਆਇਆ। ਕਰ ਬੰਧਨ ਕਰ ਆਵਤ ਭਇਓ। ਤੇ ਵਿਚਾਰਾ ਸ਼ਰਮਿੰਦਾ ਹੋਇਆ, ਸ਼ਰਮਸਾਰ ਜਿਹਾ ਹੁੰਦਾ, ਚਰਨੀ ਡਿੱਗ ਪਿਆ, ਮੱਥਾ ਟੇਕ ਕੇ ਸਿਰ ਨੀਵਾਂ ਕਰਕੇ ਬੋਲਿਆ ਕੁਝ ਨਾ ਤੇ ਵਾਪਸ ਮੁੜ ਆਇਆ ਹੈ। ਕਰਿਓ ਚੰਦ ਨੇ ਇਹ ਅਪਰਾਧੂ। ਤੇ ਘਰ ਜਾਂਦਾ ਮਨ ਚ ਸੋਚਦਾ ਵੀ ਚੰਦੂ ਨੇ ਬਹੁਤ ਮਾੜਾ ਕਰਵਾਇਆ। ਇਹ ਸਾਰਾ ਪਾਪ ਜਿਹੜਾ ਸਾਈਂ ਮੀਆਂ ਮੀਰ ਨੇ ਉਚਰਿਆ ਹੈ, ਚੰਦੂ ਨੇ ਬਹੁਤ ਵੱਡਾ ਗੁਨਾਹ ਕੀਤਾ, ਬੜਾ ਵੱਡਾ ਪਾਪ ਕਰ ਦਿੱਤਾ ਹੈ। ਮੋਹ ਕਹਾ ਦੋਸ਼ ਦੇਤ ਗੁਣ ਸਾਧੂ। ਤੇ ਮੈਨੂੰ ਸਾਰੇ ਸਾਧੂ ਸਾਈਂ ਮੀਆਂ ਮੀਰ ਵਰਗੇ ਵੀ ਮੈਨੂੰ ਦੋਸ਼ ਦਿੰਦੇ ਆ। ਮੈਂ ਵੀ ਉਸੇ ਮੇਥੋਂ ਇਹ ਚੰਦੂ ਨੇ ਜਿਹੜਾ ਚੁਗਲੀਆਂ ਲਾ ਲਾ ਕੇ ਮਹਾਰਾਜ ਸਤਿਗੁਰਾਂ ਨੂੰ ਸ਼ਹੀਦ ਕਰਵਾਇਆ। ਜਹਾਂਗੀਰ ਸੋਚਦਾ ਚੰਦੂ ਨੇ ਬਹੁਤ ਕੁਫਰ ਤੋਲੇ, ਬੜੇ ਝੂਠ ਬੋਲੇ ਮੇਰੇ ਤਾਈਂ। ਇਹ ਸਾਰਾ ਪ੍ਰਾਪੇ ਗੰਡਾ ਚੰਦੂ ਨੇ ਰਚ ਕੇ ਤੇ ਹੁਣ ਜਿੰਨੇ ਸਾਧੂ ਫਕੀਰ ਸਾਰੇ ਮੈਨੂੰ ਵੀ ਉਸੇ ਗੁਨਾਹ ਦੇ ਵਿੱਚ ਗਿਣਦੇ ਆ। ਮੇਰੀ ਬਹੁਤ ਨਿੰਦਾ ਹੋ ਰਹੀ ਹੈ। ਰੱਖ ਹੈ ਚੋਰ ਕਰਤ ਸੋ ਚਾਰੀ। ਤੇ ਸਾਰੇ ਮੈਨੂੰ ਦੋਸ਼ ਦੇ ਰਹੇ ਆ। ਸਾਈਂ ਮੀਆਂ ਮੀਰ ਜੀ ਵਰਗੇ ਮੇਰੇ ਮੂੰਹ ਤੇ ਕਹਿੰਦੇ ਆ ਵੀ ਤੇਰੀ ਕਰਤੂਤ ਹੈ। ਤੇ ਬਾਦਸ਼ਾਹ ਬਹੁਤ ਦੁਖੀ ਹੋਇਆ, ਕਹਿੰਦਾ ਚੰਦੂ ਦੇ ਸਾਰੇ ਕੰਮ ਹੈ। ਇਹ ਕਹਿੰਦਾ ਸੀ ਮਹਾਰਾਜ ਗੁਰੂ ਅਰਜਨ ਦੇਵ ਜੀ ਘਰ ਵਿੱਚ ਚੋਰ ਲੁਟੇਰੇ ਰੱਖਦੇ ਹਨ। ਕਹਿਤ ਕੂਰ ਮੁਝ ਪ੍ਰਤ ਦੁਰਚਾਰੀ। ਇਹ ਭੈੜੇ ਆਚਰਨ ਵਾਲਾ ਖੋਟਾ ਚੰਦੂ ਮੇਰੇ ਪਾਸ ਵਾਰ-ਵਾਰ ਮਹਾਰਾਜ ਦੀ ਚੁਗਲੀ ਕਰਦਾ, ਝੂਠ ਬੋਲਦਾ ਰਿਹਾ। ਕਰਿਓ ਕੋ ਕਰਮ ਸਕਲ ਇਹ ਤਾਹੀ। ਤੇ ਇਹਨੇ ਸਾਰਾ ਕੁਕਰਮ ਚੰਦੂ ਨੇ ਕੀਤਾ ਹੈ, ਸਭ ਕੁਝ ਚੰਦੂ ਦੇ ਕਰਕੇ ਹੋਇਆ ਹੈ। ਮੁਝ ਕੇ ਗ੍ਰਹਿ ਦੋਜਕ ਮਾਹੀ। ਮੁਝ ਕੋ ਗੇਰਾ ਹੈ, ਮੈਨੂੰ ਇਹ ਚੰਦੂ ਹੁਣ ਨਰਕਾਂ ਵਿੱਚ ਸੁੱਟਣ ਦਾ ਜਿਹੜਾ ਸਬੱਬ ਹੈ ਚੰਦੂ ਬਣਿਆ। ਮੇਰੇ ਤੋਂ ਐਡਾ ਵੱਡਾ ਪਾਪ ਚੰਦੂ ਨੇ ਕਰਵਾਇਆ ਹੈ, ਮੈਨੂੰ ਨਰਕਾਂ ਵਿੱਚ ਸੁੱਟਿਆ ਜਾਵੇਗਾ। ਨਾਹੇ ਤਾਂ ਅਬ ਤਿਨ ਕੇ ਸੁਰਤ ਤੀਰ। ਨਹੀਂ ਤਾਂ ਫਿਰ ਬਾਦਸ਼ਾਹ ਸੋਚਦਾ ਹੈ ਵੀ ਮੈਂ ਹੁਣ ਪਾਪੀ ਤਾਂ ਬਣ ਹੀ ਗਿਆ, ਸਾਰਾ ਦੋਸ਼ ਮੇਰਾ ਵੀ ਬਰਾਬਰ ਦਾ ਚੰਦੂ ਦੇ ਨਾਲ, ਮੇਰੇ ਹੁਕਮ ਤੇ ਹੀ ਸਭ ਕੁਝ ਹੋਇਆ ਹੈ। ਇਹ ਤੋਂ ਪਹਿਲਾਂ ਵੀ ਮੈਂ ਉਹ ਪਾਪ ਗੁਨਾਹ ਜਿਹੜਾ ਕੀਤਾ ਉਹਦੀ ਸਜ਼ਾ ਮਿਲੇ ਮੈਨੂੰ ਭਿਆਨਕ, ਮੈਂ ਨਰਕਾਂ ਵਿੱਚ ਗਾਲਿਆ ਜਾਵਾਂ। ਮੈਨੂੰ ਹੁਣ ਚਾਹੀਦਾ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਹਨ ਉਹਨਾਂ ਦੇ ਪਾਸ ਬਖਸ਼ਾਵੋ ਅਪਰਾਧ ਗਹੀਰ। ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਤੋਂ ਆਪਦਾ ਅਪਰਾਧ ਬਖਸ਼ਾ ਲਵਾਂ, ਮੈਂ ਉਹਨਾਂ ਦੇ ਚਰਨੀ ਡਿੱਗ ਕੇ ਮਾਫੀ ਮੰਗ ਲਵਾਂ, ਜਿਹੜੇ ਬੇਅੰਤ ਸਮੁੰਦਰ ਹਨ, ਗੁਣਾਂ ਦੇ ਦਾਤੇ ਹਨ। ਕਰਾਂ ਪ੍ਰਸੰਨ ਚੰਦ ਗਹਿ ਦੋ ਹੈ। ਤੇ ਫਿਰ ਮਨ ਚ ਸੋਚਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇ ਪ੍ਰਸੰਨ ਕਰਨਾ ਤੇ ਮੈਂ ਚੰਦੂ ਜਿਹੜਾ ਉਹ ਮਹਾਰਾਜ ਦੇ ਹਵਾਲੇ ਕਰ ਦੇਵਾਂ। ਹਾਥ ਜੋੜ ਕਰ ਖਤਾ ਛਿਮੈ ਹੋ। ਤੇ ਮੈਂ ਹੱਥ ਜੋੜ ਕੇ ਮਹਾਰਾਜ ਤੋਂ ਮਾਫੀ ਮੰਗ ਲਵਾਂਗਾ, ਮਹਾਰਾਜ ਮੇਰਾ ਕੋਈ ਦੋਸ਼ ਨਹੀਂ, ਇਹ ਸਾਰਾ ਕੁਝ ਪਾਪੀ ਚੰਦੂ ਤੇ ਭਰੋਸਾ ਕਰਨ ਕਰਕੇ ਹੋਇਆ ਹੈ। ਬਿਨ ਅਪਰਾਧ ਹੋਏ ਹਾਂ ਤਬੈ। ਤੇ ਫੇਰ ਹੀ ਮੈਂ ਅਪਰਾਧ ਤੋਂ ਜੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ ਦਿੱਤਾ ਤੇ ਫੇਰ ਮੈਂ ਸਮਝ ਲਾਂਗਾ ਵੀ ਮੇਰਾ ਪਰਲੋਕ ਵੀ ਸਫਲਾ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਬਖਸ਼ਿਆ ਹੋਇਆ ਮੈਂ ਬਖਸ਼ਿਆ ਜਾਵਾਂਗਾ। ਸ੍ਰੀ ਹਰਗੋਬਿੰਦ ਖੁਸ਼ ਹੋਵੈ ਚਬੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਖੁਸ਼ ਹੋ ਜਾਣਗੇ, ਮੇਰੇ ਤੇ ਪ੍ਰਸੰਨ ਹੋ ਜਾਵਣਗੇ। ਕਿਮ ਵਿਚਾਰ ਕਰ ਤੂਸ਼ਣ ਕੀਨ। ਉਹ ਇਸ ਤਰ੍ਹਾਂ ਦੀ ਵਿਚਾਰ ਕਰਕੇ ਨਾ ਖਾਲਸਾ ਜੀ ਬਾਦਸ਼ਾਹ ਜਹਾਂਗੀਰ ਆਪਣੇ ਮਹਿਲੀਂ ਪਹੁੰਚਿਆ ਤੇ ਚੁੱਪਚਾਪ ਬਰਾਜ ਗਿਆ ਹੈ। ਗੁਰਨ ਪ੍ਰਤੀਖਿਤ ਹੋਏ ਅਧੀਨ। ਤੇ ਵਿਚਾਰਾ ਨਿਮਾਣਾ ਜਿਹਾ ਬਣ ਕੇ, ਬੇਆਸਰਾ ਜਿਹਾ, ਅਧੀਨ ਜਿਹਾ ਬਣ ਕੇ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਉਡੀਕ ਕਰਦਾ ਵੀ ਛੇਤੀ ਆ ਜਾਣ ਸੱਚੇ ਪਾਤਸ਼ਾਹ, ਮੈਂ ਮਾਫੀ ਮੰਗ ਲਵਾਂ ਚੰਦੂ ਨੂੰ ਪਕੜਾ ਕਰਕੇ। ਆਵਹਿ ਤੂਰਨ ਚਾਹਤ ਸ਼ਾਹੋ। ਹੁਣ ਬਾਦਸ਼ਾਹ ਚਾਹੁੰਦਾ ਵੀ ਕਿਹੜਾ ਵੇਲਾ ਹੋਵੇ, ਗੁਰੂ ਹਰਗੋਬਿੰਦ ਸਾਹਿਬ ਜੀ ਛੇਤੀ ਆਉਣ ਜੀ। ਗਇਓ ਵਜ਼ੀਰ ਖਾਨ ਅਬ ਪਾਹੂ। ਤੇ ਫਿਰ ਸੋਚਦਾ ਵੀ ਛੇਤੀ ਆ ਜਾਣਗੇ, ਸੁੱਖ ਰੱਖੇ ਅੱਲਾਹ ਤਾਲਾ,
ਵਜ਼ੀਰ ਖਾਂ ਮਹਾਰਾਜ ਦਾ ਸਿੱਖ ਹੈ ਤੇ ਲੈਣ ਗਿਆ ਜ਼ਰੂਰ ਵਜ਼ੀਰ ਖਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਉਣਗੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਤੋਂ ਸਾਈਂ ਮੀਆਂ ਮੀਰ ਨੇ ਵੀ ਫਟਕਾਰ ਪਾਈ। ਸਭ ਪਾਸੇ ਬਾਦਸ਼ਾਹ ਜਹਾਂਗੀਰ ਦੀ ਦੁਰੇ ਦੁਰੇ ਹੋਣ ਲੱਗੀ। ਫਿਰ ਇਹਨੂੰ ਗਿਆਨ ਹੋਇਆ ਵੀ ਮੈਂ ਬਹੁਤ ਵੱਡਾ ਗੁਨਾਹ ਕਰ ਲਿਆ ਹੈ ਤੇ ਆਪਦੀ ਪੱਤ ਬਚਾਉਣ ਵਾਸਤੇ ਵੀ ਮੈਂ ਆਪਦੇ ਗੁਨਾਹ ਤੋਂ ਸੁਰਖਰੂ ਹੋ ਜਾਵਾਂ, ਭਾਵੇਂ ਦਾ ਪੂਰਾ ਕਸੂਰ ਸੀ। ਇਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਡਿੱਗ ਕੇ ਮਾफ़ੀ ਮੰਗ ਲਈ। ਮਹਾਰਾਜ ਨੂੰ ਕਿਲਿਓਂ ਵਾਪਸ ਮੰਗਾ ਕੇ ਤੇ ਫਿਰ ਚੰਦੂ ਨੂੰ ਫੜਾ ਦਿੱਤਾ ਸੀ ਵੀ ਮਹਾਰਾਜ ਆਹ ਤੁਹਾਡਾ ਦੋਸ਼ੀ ਹੈ, ਜੋ ਚਾਹੋ ਇਹਦੇ ਨਾਲ ਕਰ ਲਓ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਚੰਦੂ ਦਾ ਹਾਲ ਕੀਤਾ, ਉਹ ਪ੍ਰਸੰਗ ਅੱਗੇ ਆਉਣਗੇ। ਵਜ਼ੀਰ ਖਾਂ ਮਹਾਰਾਜ ਦੇ ਪਾਸ ਪਹੁੰਚਿਆ ਤੇ ਮਹਾਰਾਜ ਨੇ ਵਜ਼ੀਰ ਖਾਂ ਨੂੰ ਵੀ ਜਵਾਬ ਦੇ ਦਿੱਤਾ ਸੀਗਾ। ਫਿਰ ਜਿਵੇਂ ਮਹਾਰਾਜ ਗੁਰੂ ਗਰੀਬ ਨਵਾਜ 52 ਕਲੀਆ ਚੋਲਾ ਪਹਿਨ ਕਰਕੇ ਸੱਚੇ ਪਾਤਸ਼ਾਹ ਜੀ 52 ਰਾਜਿਆਂ ਨੂੰ ਰਿਹਾ ਕਰਕੇ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬੰਦ ਖਲਾਸੀ ਕਰਾਈ। ਉਹ ਸਾਰਾ ਪ੍ਰਸੰਗ ਅੱਗੇ ਜਿਵੇਂ ਆਉਂਦਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਵਹਿ ਤੂਰ ਨ ਚਾਹਤ ਸ਼ਾਹੂ, ਗਇਓ ਵਜ਼ੀਰ ਖਾਨ ਅਬ ਪਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।